ਗੁਰੂ ਦਰਬਾਰ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਜੀ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਵਡਭਾਗੀ ਸਾਧ ਸੰਗਤ ਜੀ, ਸਾਹਿਬੇ ਕਮਾਲ ਸਰਬੰਸ ਦਾਨੀ ਕਲਗੀਧਰ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਬਖਸ਼ਿਸ਼ ਫਰਮਾਓ। ਜੁੜ ਬੈਠੀ ਸਾਰੀ ਸਾਧ ਸੰਗਤ ਨੇ ਗੱਜ ਕੇ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੇ ਜਾਪ ਹੋ ਰਹੇ ਹਨ। ਗੁਰੂ ਕੇ ਕੀਰਤਨੀਆਂ ਪਾਸੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਸੰਗਤਾਂ ਨੇ ਬੜੇ ਹੀ ਪਿਆਰ ਦੇ ਨਾਲ ਸਰਵਣ ਕੀਤੇ ਹਨ। ਜੋ ਪਾਵਨ ਅਸਥਾਨ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਵਿਚਾਰ ਰੋਜ਼ਾਨਾ ਸਰਵਣ ਕਰਦੇ ਹਾਂ। ਸਨਮਾਨਯੋਗ ਗ੍ਰੰਥੀ ਸਿੰਘ ਸਾਹਿਬ ਜੀ ਹੁਣਾਂ ਨੇ ਅੱਜ ਦਾ ਵਿਚਾਰਮਈ ਸ਼ਬਦ ਬੜੇ ਹੀ ਸੁਚੱਜੇ ਢੰਗ ਦੇ ਨਾਲ ਆਪ ਸੰਗਤਾਂ ਨੂੰ ਸਰਵਣ ਕਰਵਾਇਆ ਹੈ। ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਪਾਵਨ ਚਰਨਾਂ ਕਮਲਾਂ ਦੇ ਨਾਲ ਮਨ ਜੋੜੀਏ। ਵਿਚਾਰ ਕਰਨੀ ਹੈ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਰਾਹੀਂ ਸਾਨੂੰ ਕਲਯੁਗੀ ਜੀਵਾਂ ਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਦੀ ਇਕਾਗਰਤਾ ਅਤੇ ਚਿੱਤ ਦੀ ਸਾਵਧਾਨਤਾ ਦੇ ਲਈ ਆਪ ਗੁਰੂ ਰੂਪ ਸਾਧ ਸੰਗਤ ਬਖਸ਼ੋ ਆਸੀਸ। ਜੁੜ ਬੈਠੀ ਸਾਰੀ ਸਾਧ ਸੰਗਤ ਨੇ ਜਪਣਾ ਜੀ, ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ ਜੀ। ਅੱਜ ਦਾ ਪਾਵਨ ਸ਼ਬਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਗੌੜੀ ਕੀ ਵਾਰ ਜੋ ਮਹੱਲੇ ਚੌਥੇ ਕੀ ਹੈ, ਉਸ ਦੇ ਅੰਦਰ ਸਤਿਗੁਰੂ ਜੀ ਦੀ ਇਹ 13ਵੀਂ ਪੌੜੀ 307 ਅੰਗ ਤੇ ਸੁਭਾਏਮਾਨ ਹੈ। ਗੌੜੀ ਰਾਗ ਹੈ ਤੇ ਇਹ ਜੋ ਗੌੜੀ ਰਾਗ ਦੇ ਵਿੱਚ ਸਤਿਗੁਰੂ ਜੀ ਦੀ ਵਾਰ ਹੈ, ਔਰ ਜੋ ਵਾਰ ਹੁੰਦੀ ਹੈ ਉਸ ਦਾ ਸੰਬੰਧ ਪੌੜੀਆਂ ਦੇ ਨਾਲ ਹੁੰਦਾ ਹੈ। ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ
22 ਵਾਰਾਂ ਦਰਜ ਕੀਤੀਆਂ ਹਨ। ਔਰ ਇਹ ਗੌੜੀ ਕੀ ਵਾਰ ਜਿਸ ਦੀ ਇਹ ਪਾਵਨ 13ਵੀਂ ਪੌੜੀ ਦੇ ਨਾਲ ਸਤਿਗੁਰੂ ਜੀ ਨੇ 2 ਸ਼ਲੋਕ ਦਰਜ ਕੀਤੇ ਹੈ। ਔਰ ਦੋਵੇਂ ਸ਼ਲੋਕ ਵੀ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਜੀ ਦੇ ਹਨ। ਮੈਂ ਸੰਗਤ ਦੀ ਜਾਣਕਾਰੀ ਲਈ ਬੇਨਤੀ ਕਰਦਿਆਂ ਕਿ ਵਾਰ ਜਿਹੜੀ ਹੈ ਇਹਦਾ ਸੰਬੰਧ ਪੌੜੀਆਂ ਨਾਲ ਹੁੰਦਾ ਹੈ। ਜਿਵੇਂ ਜਿਸ ਵਾਰ ਦੇ ਆਪਾਂ ਅੱਜ ਵਿਚਾਰ ਕਰਨੀ ਹੈ, ਇਹਦਾ ਸਿਰਲੇਖ ਹੈ ਗੌੜੀ ਕੀ ਵਾਰ ਮਹੱਲਾ ਚੌਥਾ। ਭਾਵ ਕਿ ਇਸ ਵਾਰ ਦੇ ਵਿੱਚ ਜਿੰਨੀਆਂ ਵੀ ਪੌੜੀਆਂ ਨੇ ਉਹ ਚੌਥੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਹਨ। ਜਿਵੇਂ ਹੁਣ ਆਪਾਂ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਆਸਾ ਕੀ ਵਾਰ ਦਾ ਸਿਰਲੇਖ ਹੈ ਮਹੱਲਾ ਪਹਿਲਾ। ਭਾਵ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਹ ਵਾਰ ਹੈ ਤੇ ਨਾਲ ਸਤਿਗੁਰੂ ਨੇ ਦਰਜ ਕੀਤਾ ਹੈ ਵਾਰ ਸ਼ਲੋਕਾਂ ਨਾਲ। ਵਾਰ ਸ਼ਲੋਕਾਂ ਨਾਲ ਦਾ ਭਾਵ ਹੈ ਕਿ ਵਾਰ ਦਾ ਸੰਬੰਧ ਪੌੜੀਆਂ ਦੇ ਨਾਲ ਹੈ ਤੇ ਵਿੱਚ ਸ਼ਲੋਕ ਵੀ ਦਰਜ ਨੇ। ਔਰ ਉਸ ਵਾਰ ਦੇ ਵਿੱਚ ਬਹੁਤੇ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਹਨ ਤੇ ਕੁਝ ਕੁ ਸ਼ਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੂਸਰੇ ਪਾਤਸ਼ਾਹ ਦੇ ਹਨ। ਇਸ ਤਰ੍ਹਾਂ ਆਪਾਂ ਵੇਖਾਂਗੇ ਮਹੱਲੇ ਪੰਜਵੇਂ ਕੀ ਵਾਰ, ਮਹੱਲੇ ਤੀਜੇ ਕੀ ਵਾਰ ਜਾਂ ਮਹੱਲੇ ਚੌਥੇ ਕੀ ਵਾਰ ਤੇ ਵਿੱਚ ਸ਼ਬਦ ਪਹਿਲੇ ਪਾਤਸ਼ਾਹ ਜੀ ਦੇ ਸ਼ਲੋਕ ਵੀ ਹਨ, ਦੂਸਰੇ ਪਾਤਸ਼ਾਹ ਦੇ ਸ਼ਲੋਕ ਵੀ ਮਿਲ ਜਾਂਦੇ ਆ, ਤੀਸਰੇ ਪਾਤਸ਼ਾਹ ਦੇ ਸ਼ਲੋਕ ਵੀ ਹਨ। ਸ਼ਲੋਕ ਮਹੱਲਾ ਪਹਿਲਾ, ਸ਼ਲੋਕ ਮਹੱਲਾ ਦੂਜਾ ਜਾਂ ਮਹੱਲਾ ਚੌਥਾ। ਸਾਡੇ ਮਨ ਵਿੱਚ ਆਉਂਦਾ ਹੈ ਕਿ ਵਾਰ ਤੇ ਮਹੱਲੇ ਪੰਜਵੇਂ ਕੀ ਸ਼ੁਰੂ ਹੋਈ ਸੀ ਤੇ ਵਿੱਚ ਸ਼ਲੋਕ ਮਹੱਲਾ ਪਹਿਲਾ ਆ ਰਿਹਾ ਹੈ, ਸ਼ਲੋਕ ਮਹੱਲਾ ਦੂਜਾ ਜਾਂ ਮਹੱਲਾ ਦੂਜਾ ਆ ਰਿਹਾ ਹੈ। ਇਹਦਾ ਕਾਰਨ ਕੀ ਹੈ? ਕਿਉਂਕਿ ਜਿਹੜੀ ਵਾਰ ਹੈ ਉਹਦਾ ਸੰਬੰਧ ਹੈ ਪੌੜੀਆਂ ਨਾਲ। ਸ਼ਲੋਕ ਜਿਹੜੇ ਨੇ ਕਈ ਵਾਰਾਂ ਦੇ ਵਿੱਚ ਚੌਥੇ ਮਹੱਲੇ ਕੀ ਵਾਰ ਵਿੱਚ ਦੂਜੇ ਪਾਤਸ਼ਾਹ ਦੇ ਵੀ ਹੈਗੇ ਨੇ, ਪਹਿਲੇ ਪਾਤਸ਼ਾਹ ਦੇ ਵੀ ਹੈਗੇ ਨੇ। ਕੱਲ ਦੀ ਵਿਚਾਰ ਦੇ ਅੰਦਰ ਜੋ ਇਸ ਪੌੜੀ ਨਾਲ 2 ਸ਼ਲੋਕ ਹਨ, ਆਪ ਸੰਗਤਾਂ ਨੇ ਪਹਿਲੇ ਸ਼ਲੋਕ ਦੀ ਵਿਚਾਰ ਸਰਵਣ ਕੀਤੀ, ਜਿਸ ਦੀ ਆਰੰਭਤਾ ਹੁੰਦੀ ਹੈ ਸ਼ਲੋਕ ਮਹੱਲਾ ਚੌਥਾ, ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ। ਇਸ ਪਾਵਨ ਸ਼ਲੋਕ ਦੀ ਵਿਚਾਰ ਆਪ ਸੰਗਤਾਂ ਨੇ ਕੱਲ ਸਰਵਣ ਕੀਤੀ ਤੇ ਅੱਜ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਜੀ ਦਾ ਸ਼ਬਦ ਹੈ ਤੇ ਸਿਰਲੇਖ ਹੈ ਮਹੱਲਾ ਚੌਥਾ। ਇਸ ਪਾਵਨ ਸ਼ਬਦ ਦੀ ਵਿਚਾਰ ਨੂੰ ਸਮਝ ਕੇ ਇਉਂ ਪ੍ਰਤੀਤ ਹੁੰਦਾ ਹੈ ਕਿ ਸਿੱਖਾਂ ਨੇ ਸਤਿਗੁਰੂ ਜੀ ਤੋਂ ਸਵਾਲ ਪੁੱਛਿਆ, ਕਿਉਂਕਿ ਗੁਰੂ ਤੇ ਸਿੱਖ ਦਾ ਰਿਸ਼ਤਾ ਹੀ ਇਹ ਹੈ। ਸਿੱਖ ਦੇ ਮਨ ਵਿੱਚ ਜੋ ਵੀ ਸਵਾਲ ਆਵੇ, ਸਿੱਖ ਦੇ ਮਨ ਦੇ ਵਿੱਚ ਜਿਹੜਾ ਵੀ ਕੋਈ ਸੰਸ਼ਾ ਬਣਦਾ ਹੈ, ਸਿੱਖ ਦੇ ਮਨ ਵਿੱਚ ਜਿਹੜੀ ਵੀ ਕੋਈ ਦੁਬਿਧਾ ਬਣਦੀ ਹੈ, ਸਿੱਖ ਆਪਣੇ ਗੁਰੂ ਨੂੰ ਪੁੱਛੇ। ਸਤਿਗੁਰੂ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ, ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਜੇ ਸਾਡੇ ਮਨ ਦਾ ਜੋ ਵੀ ਹਾਲ ਹੈ, ਜੋ ਸਾਡੇ ਮਨ ਵਿੱਚ ਸੰਸਾ ਹੈ ਜਾਂ ਸਾਡੇ ਮਨ ਵਿੱਚ ਸਵਾਲ ਹੈ, ਕੁਝ ਵੀ ਹੈ, ਜੇ ਮਨ ਮਾੜੇ ਪਾਸੇ ਵੀ ਜਾਂਦਾ ਹੈ ਤੇ ਗੁਰੂ ਸਾਹਿਬ ਨੂੰ ਆ ਕੇ ਜ਼ਰੂਰ ਪੁੱਛੋ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸਮੇਰ ਪਰਬਤ ਤੇ ਗਏ ਨਾ ਜੀ, ਸਿੱਧਾਂ ਦੇ ਨਾਲ ਚਰਚਾ ਕਰਨ, ਤੇ ਗੁਰੂ ਨਾਨਕ ਦੇ ਘਰ ਦੇ ਮਹਾਨ ਸਿੱਖ, ਗੁਰੂ ਨਾਨਕ ਦੇ ਘਰ ਦੇ ਮਹਾਨ ਕੀਰਤਨੀਏ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਨਾਲ ਸਨ। ਮੈਂ ਇੱਕ ਬੇਨਤੀ ਕਰਦਾ ਸੰਗਤ ਜੀ, ਜਦੋਂ ਭਾਈ ਮਰਦਾਨਾ ਜੀ ਦਾ ਨਾਮ ਮੁੱਖ 'ਚ ਆਵੇ ਨਾ ਤੇ ਸਿਰ ਜ਼ਰੂਰ ਝੁਕਾਇਆ ਕਰੋ। ਭਾਈ ਮਰਦਾਨਾ ਜੀ ਵਰਗਾ ਕੋਈ ਨਹੀਂ ਜੀ ਹੋ ਸਕਦਾ। ਮਾਫ ਕਰਿਓ, ਅੱਜ ਕਈ ਥਾਵਾਂ ਤੇ ਸਾਡੇ ਕੁਝ ਬੁਲਾਰੇ ਭਾਈ ਮਰਦਾਨਾ ਜੀ ਨੂੰ ਇਉਂ ਪੇਸ਼ ਕਰ ਦਿੰਦੇ ਜਿਵੇਂ ਮਜ਼ਾਕ ਕਰਨ ਦੇ ਹੋਣ।
ਭਾਈ ਮਰਦਾਨੇ ਜੀ ਨੂੰ ਭੁੱਖ ਲੱਗ ਗਈ। ਉਹ ਜੀਵ ਨਹੀਂ ਲਾਉਂਦੇ, ਭਾਈ ਮਰਦਾਨੇ ਨੂੰ ਭੁੱਖ ਲੱਗ ਗਈ। ਭਾਈ ਮਰਦਾਨੇ ਨੇ ਇੱਦਾਂ ਆਖਿਆ, ਉੱਦਾਂ ਆਖਿਆ। ਨਹੀਂ ਪਿਆਰਿਓ, ਭਾਈ ਮਰਦਾਨੇ ਦੇ ਚਰਨਾਂ ਦੀ ਧੂੜ ਵਰਗੀ ਵੀ ਜਿੱਦਣ ਅਸੀਂ ਬਣ ਗਏ ਨਾ, ਸਾਡਾ ਜੀਵਨ ਸਫਲਾ ਹੋ ਜਾਏਗਾ। ਭਾਈ ਮਰਦਾਨੇ ਨੇ ਜਿੰਨਾ ਵੀ ਗਾਇਆ ਗੁਰੂ ਨਾਨਕ ਲਈ ਗਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਭ ਤੋਂ ਪਿਆਰੇ ਭਾਈ ਮਰਦਾਨਾ ਜੀ ਹਨ। ਹੁਣ ਜਦੋਂ ਸੁਮੇਰ ਪਰਬਤ ਤੇ ਜਾ ਰਹੇ ਸਨ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨੂੰ ਬੜੇ ਸਵਾਲ ਪੁੱਛਦੇ, ਸਤਿਗੁਰੂ ਸੱਚੇ ਪਾਤਸ਼ਾਹ ਇਹ ਪਰਬਤ ਕਿੰਨਾ ਕੁਛ ਹੈ, ਸਤਿਗੁਰੂ ਇੱਥੇ ਹੋਰ ਕੀ ਹੈ। ਕਈ ਸਵਾਲ ਜਿਵੇਂ ਆਪਣੇ ਬੱਚੇ ਕਈ ਵਾਰ ਸਾਡੇ ਤੋਂ ਪੁੱਛ ਲੈਂਦੇ ਨੇ ਨਾ, ਬਹੁਤ ਸਾਰੇ ਸਵਾਲ ਪੁੱਛੇ ਤੇ ਇੱਕਦਮ ਭਾਈ ਮਰਦਾਨਾ ਜੀ ਚੁੱਪ ਕਰ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਿੱਛੇ ਮੁੜ ਕੇ ਵੇਖਿਆ, ਕਹਿੰਦੇ ਮਰਦਾਨਿਆਂ ਚੁੱਪ ਕਰ ਗਿਆ, ਕੀ ਗੱਲ? ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰੂ ਮੈਂ ਤਾਂ ਚੁੱਪ ਕਰ ਗਿਆ, ਮੈਂ ਬੜੇ ਚਿਰ ਦਾ ਤੁਹਾਡੇ ਤੋਂ ਸਵਾਲ ਪੁੱਛੀ ਜਾਂਦਾ, ਕਦੇ ਕੁਛ ਪੁੱਛਦਾ ਕਦੇ ਕੁਝ ਪੁੱਛਦਾ, ਤੇ ਮੇਰੇ ਮਨ 'ਚ ਇਹ ਗੱਲ ਆ ਗਈ ਵੀ ਕਿਤੇ ਤੁਸੀਂ ਨਾਰਾਜ਼ ਨਾ ਹੋ ਜਾਓ ਕਿ ਮਰਦਾਨਾ ਸਵਾਲ ਹੀ ਬੜੇ ਪੁੱਛਦਾ, ਤੁਸੀਂ ਨਾਰਾਜ਼ ਨਾ ਹੋ ਜਾਓ, ਤੁਹਾਨੂੰ ਬੁਰਾ ਨਾ ਲੱਗੇ, ਮੈਂ ਤਾਂ ਚੁੱਪ ਕਰ ਗਿਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਜੀ ਗੁਰੂ ਦਾ ਤੇ ਸਿੱਖ ਦਾ ਰਿਸ਼ਤਾ ਹੀ ਇਹ ਹੈ, ਗੁਰੂ ਦਾ ਤੇ ਸਿੱਖ ਦਾ ਰਿਸ਼ਤਾ ਹੀ ਇਹ ਹੈ ਕਿ ਸਿੱਖ ਸਵਾਲ ਪੁੱਛੇ ਤੇ ਗੁਰੂ ਉਹਦੇ ਸਵਾਲਾਂ ਦਾ ਜਵਾਬ ਦੇਵੇ। ਤੇ ਨਾਲ ਹੀ ਗੁਰੂ ਨਾਨਕ ਸਾਹਿਬ ਨੇ ਦੂਜੇ ਸ਼ਬਦ ਵਰਤੇ, ਭਾਈ ਮਰਦਾਨਾ ਜੀ ਜਿਹੜਾ ਗੁਰੂ ਆਪਣੇ ਸਿੱਖ ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦਾ ਨਾ, ਇਹੋ ਜਿਹਾ ਗੁਰੂ ਛੱਡਣ ਲੱਗਿਆਂ ਘੜੀ ਨਾ ਲਾਈਏ। ਜਿਹੜਾ ਗੁਰੂ ਤੁਹਾਡੇ ਸਵਾਲਾਂ ਦਾ ਜਵਾਬ ਦੇ ਰਿਹਾ ਹੈ ਉਹ ਗੁਰੂ ਹੈ ਸਮਰੱਥ ਗੁਰੂ, ਔਰ ਜਿਹੜਾ ਗੁਰੂ ਤੁਹਾਡੇ ਸਵਾਲਾਂ ਦਾ ਹੀ ਜਵਾਬ ਨਹੀਂ ਦੇ ਰਿਹਾ, ਸਾਹਿਬ ਕਹਿੰਦੇ ਭਾਈ ਮਰਦਾਨਾ ਜੀ ਇਹੋ ਜਿਹਾ ਗੁਰੂ ਛੱਡਣ ਲੱਗਿਆਂ ਘੜੀ ਨਾ ਲਾਈਏ, ਇਹੋ ਜਿਹਾ ਗੁਰੂ ਆਪ ਵੀ ਡੁੱਬਾ ਹੈ ਤੇ ਤੁਹਾਨੂੰ ਵੀ ਡੁਬੋ ਦੇਗਾ। ਹੁਣ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਜੀ, ਜਿਨ੍ਹਾਂ ਦਾ ਪਾਵਨ ਸ਼ਲੋਕ ਆਪਾਂ ਅੱਜ ਵਿਚਾਰਨਾ ਹੈ, ਇਸ ਸ਼ਲੋਕ ਨੂੰ ਪੜ੍ਹ ਕੇ ਇਉਂ ਪ੍ਰਤੀਤ ਹੁੰਦਾ ਹੈ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਦੇ ਚਰਨਾਂ 'ਚ ਸਿੱਖਾਂ ਨੇ ਬੇਨਤੀ ਕੀਤੀ ਹੈ। ਬੇਨਤੀ ਇਹ ਕੀਤੀ ਹੈ ਕਿ ਗੁਰੂ ਰਾਮਦਾਸ ਜੀਓ, ਇੱਕ ਤੇ ਉਹ ਨੇ ਜਿਹੜੇ ਗੁਰੂ ਘਰ ਵਿੱਚ ਚੱਲ ਕੇ ਆਉਂਦੇ ਨੇ, ਗੁਰੂ ਚਰਨਾਂ ਵਿੱਚ ਆ ਕੇ ਸਿਜਦਾ ਕਰਦੇ ਨੇ, ਗੁਰੂ ਦੇ ਚਰਨਾਂ ਤੇ ਸਿਰ ਰੱਖਦੇ ਨੇ, ਨਮਸਕਾਰ ਕਰਦੇ ਨੇ, ਉਹਨਾਂ ਦਾ ਤੇ ਉਧਾਰ ਹੋ ਜਾਂਦਾ ਹੈ। ਗਰੀਬ ਨਵਾਜ ਕੁਝ ਲੋਕ ਉਹ ਵੀ ਹੈਗੇ ਨੇ ਜਿਹੜੇ ਗੁਰੂ ਕੀ ਨਿੰਦਿਆ ਕਰਦੇ ਨੇ, ਜਿਹੜੇ ਗੁਰੂ ਨਾਲ ਵੈਰ ਕਰਦੇ ਨੇ। ਹੇ ਸੱਚੇ ਪਾਤਸ਼ਾਹ, ਜਿਹੜੇ ਤੇ ਗੁਰੂ ਕੋਲ ਚੱਲ ਕੇ ਆ ਗਏ ਨੇ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਵਿੱਚ ਆਣ ਕੇ ਸਿਜਦਾ ਕਰ ਦਿੱਤਾ ਹੈ, ਜਿਨ੍ਹਾਂ ਨੇ ਤੇ ਗੁਰੂ ਨੂੰ ਆ ਕਰਕੇ ਸਮਰਪਣ ਕਰ ਦਿੱਤਾ ਹੈ, ਉਹਨਾਂ ਦਾ ਤੇ ਉਧਾਰ ਹੋ ਗਿਆ। ਤੇ ਜਿਹੜੇ ਗੁਰੂ ਨਾਲ ਵੈਰ ਕਰਦੇ ਨੇ, ਵੈਰ ਵੀ ਕਰਦੇ ਨੇ ਨਾ ਜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਕਹਿਣਾ, ਕੋਈ ਆਖੈ ਭੂਤਨਾ ਕੋ ਕਹਿ ਬੇਤਾਲਾ। ਇਹ ਕੌਣ ਲੋਕ ਸਨ ਜਿਨ੍ਹਾਂ ਨੂੰ ਗੁਰੂ ਨਾਨਕ ਦੀ ਵਿਚਾਰਧਾਰਾ ਚੰਗੀ ਨਹੀਂ ਸੀ ਲੱਗਦੀ? ਕਿਉਂਕਿ ਜਿਹੜਾ ਝੂਠ ਦੇ ਨਾਲ ਜੁੜਿਆ ਹੈ ਨਾ, ਜਿਹੜਾ ਪਖੰਡ ਦੇ ਨਾਲ ਜੁੜਿਆ ਹੈ, ਉਹਦੇ ਸਾਹਮਣੇ ਤੁਸੀਂ ਸੱਚ ਦੀ ਗੱਲ ਕਰੋਗੇ ਨਾ ਤੇ ਉਹ ਸਹਿ ਨਹੀਂ ਸਕੇਗਾ। ਸਤਿਗੁਰੂ ਕਹਿੰਦੇ ਨਾ ਬਾਣੀ ਦੇ ਵਿੱਚ, ਜੇ ਕੋ ਬੋਲੇ ਸੱਚ, ਹਾਂਜੀ, ਕੂੜਾ ਜਲ ਜਾਵੇ। ਜਦੋਂ ਕੋਈ ਸੱਚ ਬੋਲਦਾ ਹੈ ਨਾ, ਤੇ ਜਿਹੜਾ ਝੂਠਾ ਬੰਦਾ ਹੈ ਨਾ, ਜਿਹੜਾ ਕੂੜ ਨਾਲ ਜੁੜਿਆ ਹੈ ਨਾ ਜੀ, ਉਹ ਸੜਬਲ ਜਾਂਦਾ ਵੀ ਇਹ ਸੱਚ ਕਿਉਂ ਬੋਲ ਰਿਹਾ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੂਤਨਾ ਬੇਤਾਲਾ ਕੌਣ ਕਹਿ ਰਹੇ ਸਨ? ਜਿਨ੍ਹਾਂ ਦਾ ਦੰਭ ਪਖੰਡ ਗੁਰੂ ਨਾਨਕ ਨੇ ਜ਼ਾਹਰ ਕਰ ਦਿੱਤਾ ਸੀ। ਅੱਜ ਵੀ ਜੇ ਆਪਾਂ ਵੇਖੀਏ, ਮਾਫ ਕਰਿਓ, ਆਪਾਂ ਗੁਰੂ ਕੀ ਹਜ਼ੂਰੀ ਵਿੱਚ ਬੈਠੇ ਹਾਂ
ਗ੍ਰੰਥ ਦੇ ਆਧਾਰ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰਬ ਕਲਾ ਸਮਰੱਥ ਗੁਰਦੇਵ ਇਹੋ ਜਿਹੇ ਨੇ ਜਿਨ੍ਹਾਂ ਦੀ ਆਪਾਂ ਵੇਖਨੇ ਬੇਅਦਬੀ ਬੜੀ ਹੋ ਜਾਂਦੀ ਹੈ। ਆਪਾਂ ਨਾ ਜੀ ਉਹਨਾਂ ਬੇਅਦਬੀਆਂ ਦਾ ਬਲੇਮ ਕਿਸੇ ਨੂੰ ਕਰ ਦਿੱਤਾ, ਕਦੀ ਕਿਸੇ ਨੂੰ ਕਰ ਦਿੱਤਾ, ਅਸੀਂ ਗਹਿਰਾਈ ਤੱਕ ਨਹੀਂ ਜਾਂਦੇ, ਆਪਸ ਵਿੱਚ ਹੀ ਲੜੀ ਜਾਂਦੇ ਹਾਂ ਅਸੀਂ ਧੜੇ ਬੰਦੀਆਂ 'ਚ ਨਾ, ਵੀ ਇਹਨਾਂ ਨੇ ਕਰਾਈ, ਕਦੇ ਸਿੱਖ ਕਰਾ ਸਕਦਾ ਜੀ ਇਹ ਕੰਮ? ਭਾਵੇਂ ਲੱਖ ਆਪਾਂ ਕਿ ਮਾੜਾ ਕਹਿ ਲਈਏ, ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕਦੇ ਸਿੱਖ ਸੋਚ ਵੀ ਸਕਦਾ ਵੀ ਇੱਦਾਂ ਹੋ ਜਾਏ? ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੁੰਦੀ ਹੈ, ਉਹਨੂੰ ਆਪਾਂ ਗਹਿਰਾਈ ਵਿੱਚ ਸਮਝਿਓ, ਇਹ ਉਹੀ ਲੋਕ ਨੇ ਜਦੋਂ ਗੁਰੂ ਨਾਨਕ ਦੇਹੀ ਵਿੱਚ ਸਨ, ਜਿਹੜੇ ਗੁਰੂ ਨਾਨਕ ਨੂੰ ਭੂਤਨਾ ਤੇ ਬੇਤਾਲਾ ਕਹਿੰਦੇ ਸਨ। ਇਹ ਉਹੀ ਸ਼ਿਵਨਾਬ ਤਪੇ ਵਰਗੇ ਨੇ ਜਿਨ੍ਹਾਂ ਨੇ ਖਹਿਰੇ ਜ਼ਿਮੀਂਦਾਰਾਂ ਨੂੰ ਕਹਿ ਕਰਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੂੰ ਖਡੂਰ ਸਾਹਿਬ ਚੋਂ ਕਢਾ ਦਿੱਤਾ ਸੀ ਜੀ। ਉਹ ਖਤਮ ਨਹੀਂ ਜੇ ਹੋਏ, ਉਹ ਸ਼ਿਵਨਾਬ ਵੀ ਅੱਜ ਹੈਗੇ ਨੇ, ਉਹ ਨਿੰਦਕ ਵੀ ਅੱਜ ਹੈਗੇ ਨੇ। ਇਹ ਉਹੀ ਲੋਕ ਨੇ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹਿਲਾ ਜੋੜ ਮੇਲਾ ਮਨਾਇਆ ਨਾ, ਆ ਦੀਵਾਲੀ ਦਾ ਪੁਰਬ ਤੇ ਵਿਸਾਖੀ ਦਾ ਪੁਰਬ, ਇਹ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤਾ ਸੀ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ। ਬੜੇ ਪਿਆਰੇ ਸਿੱਖ ਭਾਈ ਪਾਰੋ ਜੀ ਨੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਸੰਗਤਾਂ ਆਉਂਦੀਆਂ ਨੇ, ਕਦੇ ਗੁਜਰਾਤੋਂ ਸੰਗਤ ਆ ਗਈ, ਕਦੇ ਕਸ਼ਮੀਰ ਤੋਂ ਆ ਗਈ, ਕਦੇ ਸਤਿਗੁਰੂ ਜੀ ਉਹ ਲਾਹੌਰ ਤੋਂ ਆ ਗਈ, ਕਦੇ ਪਿਸ਼ੌਰ ਤੋਂ ਆ ਗਈ, ਕਦੇ ਮੁਲਤਾਨ ਤੋਂ ਆ ਗਈ, ਕਦੇ ਕਾਬਲ ਤੇ ਕੰਧਾਰ ਤੋਂ ਸੰਗਤ ਆ ਗਈ। ਸੰਗਤ ਕਦੇ ਇਕੱਠੀ ਨਹੀਂ ਹੁੰਦੀ। ਆਪਾਂ ਜੋੜ ਮੇਲਾ ਮਨਾਈਏ ਜਦੋਂ ਸਾਰੇ ਸਿੱਖ ਇਕੱਠੇ ਹੋਣ। ਭਾਈ ਪਾਰੋ ਜੀ ਦੀ ਇਸ ਬੇਨਤੀ ਨੂੰ ਸੁਣ ਕੇ ਗੁਰੂ ਸਾਹਿਬ ਕਹਿੰਦੇ ਨੇ, ਭਾਈ ਪਾਰੋ ਆਪਾਂ ਦੋ ਪੁਰਬ ਮਨਾਉਂਦੇ ਆ, ਇੱਕ ਦੀਵਾਲੀ ਦਾ ਪੁਰਬ, ਉਦੋਂ ਸਿੱਖ ਬਹੁਤੇ ਜ਼ਿਮੀਂਦਾਰੀ ਕਰਦੇ ਸੀ, ਉਦੋਂ ਧਾਨ ਦੀ ਫਸਲ ਤੋਂ ਵਿਹਲੇ ਹੋ ਜਾਂਦੇ ਨੇ, ਤੇ ਇੱਕ ਆਪਾਂ ਵਿਸਾਖੀ ਦਾ ਪੁਰਬ ਮਨਾਇਆ ਕਰਾਂਗੇ। ਤੇ ਜਦੋਂ ਪਹਿਲਾ ਜੋੜ ਮੇਲਾ ਮਨਾਇਆ ਨਾ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਉਦੋਂ ਬਹੁਤ ਸਾਰੇ ਲੋਕ ਇਕੱਠੇ ਹੋ ਕਰਕੇ ਤੇ ਅਕਬਰ ਬਾਦਸ਼ਾਹ ਕੋਲ ਚਲੇ ਗਏ ਸਨ ਗੁਰੂ ਘਰ ਦੀ ਸ਼ਿਕਾਇਤ ਲੈ ਕਰਕੇ, ਗੁਰੂ ਨਾਨਕ ਦੇ ਘਰ ਦਾ ਪ੍ਰਚਾਰ। ਉਹ ਕਹਿੰਦੇ ਜੀ ਇਹਨਾਂ ਇੱਕੋ ਪੰਗਤ 'ਚ ਸਾਰਿਆਂ ਨੂੰ ਬਹਾ ਦਿੱਤਾ ਹੈ, ਸਾਡਾ ਤੇ ਧਰਮ ਭ੍ਰਿਸ਼ਟ ਹੋ ਗਿਆ, ਸਾਡੇ ਵਿੱਚ ਤੇ ਵਰਨ ਵੰਡ ਹੈ, ਹਰ ਇੱਕ ਦੀ ਵੱਖੋ ਵੱਖ ਥਾਂ ਹੈ, ਇਹਨਾਂ ਸਾਰਿਆਂ ਨੂੰ ਬਰਾਬਰ ਬਹਾ ਦਿੱਤਾ ਹੈ, ਇਹ ਤਾਂ ਸਾਡੇ ਧਰਮ ਤੇ ਅਟੈਕ ਹੈ। ਉਹ ਬਾਦਸ਼ਾਹ ਅਕਬਰ ਦੇ ਕੋਲ ਜਾ ਕਰਕੇ ਉਹਨਾਂ ਨੇ ਸ਼ਿਕਾਇਤ ਕਰਤੀ ਜੀ। ਗੁਰੂ ਕੀ ਵਿਚਾਰ ਬੜੀ ਨਿਰੋਲ ਹੈ, ਗੁਰੂ ਕੀ ਵਿਚਾਰ ਵਹਿਮਾਂ ਭਰਮਾਂ ਪਖੰਡਾਂ ਤੋਂ ਪਰੇ ਹੈ, ਇਸ ਕਰਕੇ ਇਹਨੂੰ ਜਰਨਾ ਬੜਾ ਔਖਾ ਹੈ। ਜਿਹੜਾ ਤੇ ਸੱਚ ਦੇ ਨਾਲ ਜੁੜਿਆ ਉਹਨੂੰ ਤਾਂ ਲੱਗੇਗੀ ਚੰਗੀ। ਜਿਵੇਂ ਸੂਰਜ ਚੜ੍ਹਦਾ ਨਾ ਤੇ ਫੁੱਲ ਖਿੜ ਜਾਂਦੇ ਆ, ਪਰ ਇੱਕ ਜੀਵ ਪ੍ਰਮਾਤਮਾ ਨੇ ਇਹੋ ਜਿਹਾ ਬਣਾਇਆ, ਉਹ ਪੰਛੀ ਜਿਹਨੂੰ ਆਪਾਂ ਉੱਲੂ ਵੀ ਕਹਿ ਦਿੰਦੇ ਆ, ਉਹ ਅੰਧਲਾ ਹੋ ਜਾਂਦਾ, ਉਹਨੂੰ ਵੇਖਣੋਂ ਹਟ ਜਾਂਦਾ। ਗੁਰੂ ਨਾਨਕ ਦੀ ਵਿਚਾਰਧਾਰਾ ਵੀ ਇੱਕ ਸੂਰਜ ਵਰਗੀ ਹੈ। ਆਪਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੋਲ ਪੜ੍ਹਦੇ ਆ ਨਾ, ਸਤਿਗੁਰੂ ਨਾਨਕ ਪ੍ਰਗਟਿਆ, ਪ੍ਰਗਟਿਆ ਸ਼ਬਦ ਹੈ ਜੀ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਵਾਂ ਕਿ 4 ਥਾਵਾਂ ਤੇ ਪ੍ਰਗਟ ਸ਼ਬਦ ਆਉਂਦਾ ਹੈ। ਇੱਕ ਤੇ ਗੁਰੂ ਨਾਨਕ ਸਾਹਿਬ ਨਾਲ ਆਉਂਦਾ, ਸਤਿਗੁਰੂ ਨਾਨਕ ਪ੍ਰਗਟਿਆ, ਜਨਮਿਆ ਨਹੀਂ, ਗੁਰੂ ਨਾਨਕ ਪ੍ਰਗਟਿਆ ਹੈ। ਕਿਉਂਕਿ ਜਿਹੜਾ ਜਨਮਿਆ ਉਹ ਮਰੇਗਾ, ਜੋ ਜਨਮੈ ਸੋ ਜਾਨੋ ਮੂਆ। ਜਿੰਦਾ ਜਨਮ ਹੋਇਆ ਹੈ, ਜੋ ਉਪਜਿਆ ਹੈ ਉਹਨੇ ਬਿਨਸਣਾ ਹੈ। ਤੇ ਗੁਰੂ ਨਾਨਕ ਜਨਮੇ ਨਹੀਂ, ਉਪਜੇ ਨਹੀਂ, ਗੁਰੂ ਨਾਨਕ ਪ੍ਰਗਟ ਹੋਏ ਨੇ। ਪਹਿਲਾ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਨਾਲ ਆਉਂਦਾ ਹੈ, ਸਤਿਗੁਰੂ ਨਾਨਕ ਪ੍ਰਗਟਿਆ। ਦੂਜਾ ਸ਼ਬਦ ਆਉਂਦਾ ਕਲਗੀਧਰ ਸਾਹਿਬ ਨਾਲ, ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਦੂਜਾ ਸ਼ਬਦ ਪ੍ਰਗਟ ਕਿੱਥੇ ਆਇਆ? ਕਲਗੀਧਰ ਸਾਹਿਬ ਨਾਲ। ਔਰ ਤੀਜਾ ਪ੍ਰਗਟ ਸ਼ਬਦ ਆਉਂਦਾ ਹੈ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ। ਆਪਾਂ ਦੋਹਰਾ ਪੜ੍ਹਦੇ ਹਾਂ ਨਾ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ।
ਚੌਥਾ ਪ੍ਰਗਟ ਸ਼ਬਦ ਆਉਂਦਾ ਹੈ, ਪੰਥ ਖਾਲਸੇ ਲਈ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਹੁਣ ਇਹ ਚਾਰ ਸਮਝੋ, ਜਿਹੜਾ ਪ੍ਰਗਟ ਹੋਇਆ ਉਹਨੂੰ ਕੋਈ ਮੁਕਾ ਨਹੀਂ ਸਕਦਾ। ਖੈਰ, ਜੋ ਮੈਂ ਬੇਨਤੀ ਕਰ ਰਿਹਾ ਸੀ, ਗੁਰੂ ਨਾਨਕ ਸਾਹਿਬ ਵੀ ਇੱਕ ਸੂਰਜ ਦੀ ਨਿਆਈ ਨੇ। ਭਾਈ ਗੁਰਦਾਸ ਜੀ ਕਹਿੰਦੇ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ, ਜਗ ਚਾਨਣ ਹੋਆ। ਕਿੰਨਾ ਕੁ ਚਾਨਣ ਹੋਇਆ ਜੀ? ਕਹਿੰਦੇ ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਹਨੇਰ ਭੁਲਵਾ। ਗੁਰੂ ਨਾਨਕ ਦਾ ਜੀਵਨ ਇਹੋ ਜਿਹਾ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਇਹੋ ਜਿਹੀ ਹੈ, ਉਹ ਸੂਰਜ ਦੇ ਵਾਂਗ ਨੇ ਤੇ ਤਾਰੇ ਪਖੰਡੀ ਜਿਹੜੇ ਨੇ ਉਹ ਛਿਪ ਗਏ ਨੇ। ਵੇਖੋ ਜੀ ਕਿੱਡੀ ਕਮਾਲ ਦੀ ਗੱਲ ਹੈ। ਲੋਕ ਪਹਿਲਾਂ ਧਰਮਾਂ 'ਚ ਵੰਡੇ ਸੀ, ਧਰਮਾਂ ਤੋਂ ਬਾਅਦ ਫਿਰ ਲੋਕ ਵਰਨਾਂ 'ਚ ਵੰਡੇ ਗਏ, ਵਰਨਾਂ ਤੋਂ ਬਾਅਦ ਫਿਰ ਜਾਤਾਂ 'ਚ ਵੰਡੇ ਗਏ। ਵਰਨਾਂ ਦੇ ਵਿੱਚ ਵੀ ਜਾਤਾਂ ਨੇ ਜੀ, ਪਹਿਲਾਂ ਧਰਮ ਨੇ, ਫਿਰ ਵਰਨ ਨੇ, ਵਰਨਾਂ ਦੇ ਵਿੱਚ ਫਿਰ ਜਾਤਾਂ ਨੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੰਨੇ ਵਿਤਕਰੇ ਇੱਕੋ ਸ਼ਬਦ ਨਾਲ ਮਿਟਾ ਦਿੱਤੇ ਜਦੋਂ ਮੁੱਖੋਂ ਉਚਾਰਨ ਕੀਤਾ ਇੱਕ ਓੰਕਾਰ। ਇੱਕੋ ਸ਼ਬਦ ਦੇ ਨਾਲ ਇਹ ਸਾਰੇ ਵਿਤਕਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਿਟਾ ਦਿੱਤੇ ਕਿ ਭਲਿਓ ਕੋਈ ਵੱਖ ਨਹੀਂ, ਸਾਰਿਆਂ ਨੂੰ ਬਣਾਉਣ ਵਾਲਾ, ਪੈਦਾ ਕਰਨ ਵਾਲਾ ਇੱਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਹੁਣ ਸਿੱਖਾਂ ਨੇ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪੁੱਛਿਆ, ਸੱਚੇ ਪਾਤਸ਼ਾਹ ਨਿੰਦਕ ਬੜੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵੀ ਨਿੰਦਿਆ ਕਰਦੇ ਰਹੇ, ਭੂਤਨਾ ਬੇਤਾਲਾ ਕਹਿੰਦੇ ਰਹੇ। ਸੱਚੇ ਪਾਤਸ਼ਾਹ ਜੀਓ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਾਲ ਵੀ ਵੈਰ ਕਰਦੇ ਰਹੇ, ਖਡੂਰ ਸਾਹਿਬ ਦੇ ਵਿੱਚੋਂ ਕਢਾ ਦਿੱਤਾ, ਸ਼ਿਵਨਾਬ ਤਪੇ ਨੇ। ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਦੀ ਸ਼ਿਕਾਇਤ ਲੈ ਕਰਕੇ ਅਕਬਰ ਬਾਦਸ਼ਾਹ ਕੋਲ ਗਏ ਤੇ ਅਕਬਰ ਦੇ ਸਵਾਲਾਂ ਦਾ ਜਵਾਬ ਦੇਣ ਫਿਰ ਧੰਨ ਗੁਰੂ ਰਾਮਦਾਸ ਹੀ ਗਏ ਸਨ। ਉਦੋਂ ਹਾਲੇ ਗੁਰਤਾ ਗੱਦੀ ਤੇ ਨਹੀਂ ਸਨ। ਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਜਿਹੜੇ ਗੁਰੂ ਕੋਲ ਆ ਗਏ ਉਹ ਤੇ ਤਰ ਗਏ, ਜਿਹੜੇ ਗੁਰੂ ਦੀ ਨਿੰਦਿਆ ਕਰਦੇ ਨੇ ਉਹਨਾਂ ਦਾ ਕੀ ਬਣੇਗਾ, ਉਹਨਾਂ ਦਾ ਹਾਲ ਕੀ ਹੋਵੇਗਾ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਲੋਕ ਦੇ ਵਿੱਚ ਦੱਸਿਆ ਕਿ ਜਿਹੜੇ ਗੁਰੂ ਨਾਲ ਵੈਰ ਕਰਦੇ ਨੇ, ਜਿਹੜੇ ਗੁਰੂ ਦੀ ਨਿੰਦਿਆ ਕਰਦੇ ਨੇ, ਉਹਨਾਂ ਦਾ ਹਾਲ ਕੀ ਹੁੰਦਾ ਹੈ, ਉਹ ਸੁਣਿਓ ਧਿਆਨ ਨਾਲ। ਕਦੇ ਮੈਂ ਬੇਨਤੀ ਕਰਾਂ ਵੀ ਸੁੱਤੇ ਸਿੱਧ ਮੁਖੋਂ ਕਦੇ ਗੁਰੂ ਦੀ ਨਿੰਦਿਆ ਨਾ ਕਰਦੇ ਹੋ ਜੇ। ਆਪਾਂ ਪੜ੍ਹਦੇ ਨਿੰਦਕ ਕਾ ਮੁਖ ਕਾਰਾ ਹੋਆ, ਦੀਨ ਦੁਨੀਆ ਕੈ ਦਰਬਾਰ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਲੋਕ ਆਰੰਭ ਕਰਦੇ, ਮਹੱਲਾ ਚੌਥਾ, ਸਾਹਿਬ ਜੀ ਦਾ ਪਾਵਨ ਸ਼ਲੋਕ। ਕਹਿੰਦੇ ਸਤਿਗੁਰ ਸੇਤੀ ਗਣਤ ਜੇ ਰੱਖੈ, ਜਿਹੜੇ ਗੁਰੂ ਦੇ ਨਾਲ ਗਣਤ ਰੱਖਦੇ ਨੇ, ਚਿੜ ਰੱਖਦੇ ਨੇ, ਚਿੜ। ਚਿੜ ਤੇ ਪਿਆਰਿਓ ਈਰਖਾ, ਇਹ ਬਹੁਤ ਮਾੜੀ ਹੈ। ਇਹਨਾਂ ਸਾਡੇ ਮਨਾਂ ਦੇ ਵਿੱਚ ਬੇਵਜ੍ਹਾ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਭਰਦੀ ਜਾਂਦੀ ਹੈ। ਜੇ ਕੋਈ ਥੋੜ੍ਹੀ ਜਿਹੀ ਤਰੱਕੀ ਕਰ ਲੈ ਨਾ ਜੀ, ਪਰੇਸ਼ਾਨ ਅਸੀਂ ਹੋਈ ਜਾਂਦੇ ਹਾਂ। ਸੱਚਾਈ ਹੈ ਜੀ। ਆ ਗਵਾਂਢੀਆਂ ਦਾ ਬੱਚਾ ਕਿਤੇ ਥੋੜ੍ਹੇ ਜਿਹੇ ਜ਼ਿਆਦਾ ਨੰਬਰ ਲੈ ਆਵੇ ਨਾ, ਨੀਂਦ ਸਾਨੂੰ ਨਹੀਂ ਜੇ ਆਉਂਦੀ। ਇਹ ਕਿਉਂ ਜੀ? ਇਹ ਅੱਗੇ ਕਿਉਂ ਨਿਕਲ ਗਿਆ? ਕੋਈ ਚੰਗੀ ਗੱਡੀ ਲੈ ਆਵੇ ਤੇ ਸਾਨੂੰ ਸਾਰੀ ਰਾਤ ਨੀਂਦ ਨਹੀਂ ਆਈ, ਨੇ ਏਡੀ ਵੱਡੀ ਗੱਡੀ ਲੈ ਆਂਦੀ। ਕਿੱਥੋਂ ਲਿਆਇਆ, ਕਿਵੇਂ ਲਿਆਇਆ, ਸਾਰੀ ਰਾਤ ਲਿਆਇਆ, ਉਹ ਹੈ ਸੋਚੀ ਅਸੀਂ ਜਾਂਦੇ ਹਾਂ। ਇਹ ਨਾ ਜੀ ਬੇਵਜ੍ਹਾ ਈਰਖਾ ਹੈ। ਕਦੀ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਨਾ ਜੀ, ਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਬੜਾ ਕੁਝ ਸਿਖਾਉਂਦੇ ਆ। ਸਤਿਗੁਰੂ ਕਹਿੰਦੇ ਵੀ ਐਵੇਂ ਨਾ ਈਰਖਾ ਨਾ ਕਰਿਆ ਕਰ। ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਮਨਾ ਐਵੇਂ ਈਰਖਾ ਨਾ ਕਰਿਆ ਕਰ, ਕਿਸੇ ਕੋਲ ਬਹੁਤਾ ਕਿਸੇ ਕੋਲ ਥੋੜਾ। ਇਹ ਤੇ ਕਹਿੰਦੇ ਪਰਮਾਤਮਾ ਦੇ ਰੰਗ ਨੇ। ਆਪਾਂ ਸ਼ਬਦ ਪੜ੍ਹਦੇ ਹਾਂ, ਅਹਿਰਖਵਾਦ ਨਾ ਕੀਜੈ ਰੇ ਮਨ। ਸਾਹਿਬ ਕਹਿੰਦੇ ਐਵੇਂ ਈਰਖਾ ਕਰਕੇ ਝਗੜੇ ਨਾ ਕਰਿਆ ਕਰ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਜੋ ਮਿਲਦਾ ਨਾ ਸ਼ੁਕਰ ਕਰਕੇ ਲੈ ਲਿਆ ਕਰ, ਦਾਤਾ ਜੀ ਤੇਰਾ ਸ਼ੁਕਰ ਹੈ। ਤੁਸੀਂ ਤੇ ਦਿੱਲੀ ਦੀ ਧਰਤੀ ਤੇ ਰਹਿੰਦੇ ਹੋ। ਕੱਲ ਨਾਨਕ ਭਿਆਉ ਸਾਹਿਬ ਹਾਜ਼ਰੀ ਸੀ ਤੇ ਮੈਂ ਭਰਨ ਗਿਆ। ਜਦੋਂ ਇੱਧਰੋਂ ਲੰਘ ਕੇ ਗਿਆ ਤੇ ਰਸਤੇ ਵਿੱਚ ਉਹ ਵੀ ਲੋਕ ਵੇਖੇ ਜਿਹੜੇ ਫੁੱਟਪਾਥਾਂ ਤੇ ਸੁੱਤੇ ਸਨ। ਸੱਚਾਈ ਹੈ ਨਾ ਜੀ। ਆਪਾਂ ਨੂੰ ਤੇ ਗੁਰੂ ਸਾਹਿਬ ਨੇ ਫਿਰ ਵੀ ਬੜਾ ਕੁਝ ਦਿੱਤਾ ਹੈ।
ਦੁਨੀਆ ਵੱਲ ਨਿਗਾਹ ਮਾਰੋਗੇ ਨਾ, ਇੱਥੇ ਇੱਕ ਤੋਂ ਇੱਕ ਦੁਖੀ ਵੀ, ਆਪਾਂ ਇੱਕ ਤੋਂ ਇੱਕ ਸੁਖੀ ਵੇਖਦੇ ਆ ਨਾ ਜੀ, ਦੁੱਖਾਂ ਨਾਲ ਭਰੇ ਵੀ ਤਾਂ ਵੇਖੋ ਨਾ। ਬਾਬਾ ਫਰੀਦ ਕਹਿੰਦੇ ਨਾ, ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ। ਜੱਗ ਕਹਿੰਦੇ ਮੈਂ ਸਮਝਦਾ ਸੀ ਮੈਂ ਦੁਖੀ ਹਾਂ, ਪਰ ਦੁਨੀਆ 'ਚ ਨਿਗਾਹ ਮਾਰੀ ਤੇ ਸਾਰੇ ਦੁਖੀ ਨੇ। ਗੁਰੂ ਸਾਹਿਬ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ। ਕਾਰਨ ਹੈ ਨਾ ਜੀ, ਦੁੱਖ ਤਦ ਹੈ ਜਦ ਵਿਸਰ ਜਾ ਰੱਬ ਭੁੱਲਿਆ ਹੋਇਆ। ਹੁਣ ਸਤਿਗੁਰੂ ਕਹਿੰਦੇ ਬੇਵਜ੍ਹਾ ਈਰਖਾ ਨਾ ਕਰ, ਵੀ ਮੇਰੇ ਕੋਲ ਥੋੜਾ ਹੈ ਤੇ ਇਹਦੇ ਕੋਲ ਜ਼ਿਆਦਾ। ਸਾਹਿਬ ਕਹਿੰਦੇ ਅਹਰਖਵਾਦ ਨਾ ਕੀਜੈ ਰੇ ਮਨ, ਸ਼ੁਕਰਤ ਕਰ ਕਰ ਲੀਜੈ ਰੇ ਮਨ। ਸਤਿਗੁਰੂ ਨੇ ਨਾ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ। ਸਾਹਿਬ ਕਹਿੰਦੇ ਨੇ ਮਿੱਟੀ ਦੇ ਭਾਂਡੇ ਬਣਾਉਂਦਾ ਕੁਮਹਾਰ। ਇਸ ਉਦਾਹਰਨ ਨੂੰ ਜਰਾ ਸਮਝਿਓ ਜੀ, ਸਾਡੇ ਲਈ ਵਰਤੀ ਹੈ, ਸਤਿਗੁਰੂ ਸਾਨੂੰ ਸਿਖਾਉਂਦੇ ਆ। ਸਾਹਿਬ ਕਹਿੰਦੇ ਮਿੱਟੀ ਦੇ ਭਾਂਡੇ ਕੁਮਹਾਰ ਬਣਾਉਂਦਾ, ਇੱਕੋ ਥਾਂ ਤੋਂ ਮਿੱਟੀ ਪੁੱਟ ਕੇ ਲਿਆਉਂਦਾ, ਇੱਕੋ ਥਾਂ ਤੇ ਮਿੱਟੀ ਨੂੰ ਉਹ ਗਿੱਲਿਆਂ ਕਰਦਾ, ਗੁੰਨਦਾ। ਇੱਕੋ ਚੱਕ ਤੇ ਉਹਨੇ ਮਿੱਟੀ ਚੜਾਈ ਤੇ 2 ਮਟਕੀਆਂ ਬਣਾਈਆਂ। ਮਿੱਟੀ ਇੱਕੋ, ਗੁੰਨੀ ਇੱਕੇ ਥਾਂ ਤੇ, ਇੱਕੋ ਚੱਕ, ਉਹ ਚੱਕ ਹੁੰਦਾ ਕੁਮਹਾਰਾਂ ਦਾ ਜੀ ਜਿਹਦੇ ਤੇ ਭਾਂਡੇ ਬਣਾਉਂਦੇ ਆ, ਉਹਦੇ ਤੇ ਨਾ ਜੀ ਚੜਾਈ ਤੇ 2 ਮਟਕੀਆਂ ਬਣਾਈਆਂ ਤੇ ਫਿਰ ਇੱਕੋ ਆਵੇ ਦੇ ਵਿੱਚ ਪਕਾਈਆਂ ਜਿੱਥੇ ਪਕਾਉਂਦੇ ਨੇ। ਪਕਾ ਕੇ ਕਹਿੰਦੇ ਇੱਕੋ ਦੁਕਾਨ ਸੀ ਜਿੱਥੇ ਬਹਿ ਕੇ ਉਹਨੇ ਵੇਚੀਆਂ। ਪਰ ਜਦੋਂ ਵਿਕੀਆਂ ਨਾ, ਕਹਿੰਦੇ 2 ਬੰਦੇ ਆਏ ਲੈਣ ਵਾਸਤੇ, ਇੱਕ ਨੂੰ ਤੇ ਆ ਗਿਆ ਲੈਣ ਕੋਈ ਸ਼ਾਹ ਸੇਠ, ਇੱਕ ਲੈ ਲਈ ਕਿਸੇ ਨਸ਼ੇੜੀ ਨੇ। ਹੁਣ ਮਿੱਟੀ ਇੱਕੋ, ਬਣਾਉਣ ਵਾਲਾ ਇੱਕੋ, ਪੱਕੀਆਂ ਇੱਕੋ ਥਾਂ ਤੇ, ਵਿਕੀਆਂ ਇੱਕੋ ਦੁਕਾਨ ਤੇ। ਇੱਕ ਨੂੰ ਸੇਠ ਲੈ ਗਿਆ, ਉਹਨੇ ਲਿਜਾ ਕੇ ਉਸ ਮਟਕੇ ਦੇ ਵਿੱਚ ਹੀਰੇ ਮੋਤੀ ਸੋਨਾ ਰੱਖਤਾ। ਇੱਕ ਨੂੰ ਮਾੜਾ ਬੰਦਾ ਲੈ ਗਿਆ, ਉਹਨੇ ਜਾ ਕੇ ਵਿੱਚ ਨਸ਼ਾ ਭਰ ਕੇ ਰੱਖਤਾ। ਸਤਿਗੁਰੂ ਕਹਿੰਦੇ ਇੱਥੇ ਕੀ ਕਰੇਗਾ, ਮਿੱਟੀ ਤੇ ਇੱਕੋ ਹੀ ਸੀ ਨਾ। ਕੁਮਹਾਰ ਹੈ ਏਕ ਜੋ ਮਾਟੀ ਗੂੰਦੀ, ਸੁਣਿਓ, ਕੁਮਹਾਰ ਹੈ ਏਕ ਜੋ ਮਾਟੀ ਗੂੰਦੀ, ਬਹੁ ਬਾਨੀ ਲਾਈ, ਕਾਹੂ ਮੈਂ ਮੋਤੀ ਮੁਕਤਾ ਹਲਕਾਹੂ ਬਿਆਦ ਲਗਾਈ। ਸਾਹਿਬ ਕਹਿੰਦੇ ਇੱਕੋ ਮਿੱਟੀ ਦੇ 2 ਘੜੇ ਬਣੇ ਨੇ, ਇੱਕ ਦੇ ਵਿੱਚ ਮੋਤੀ ਪਏ ਨੇ ਤੇ ਇੱਕ ਦੇ ਵਿੱਚ ਸ਼ਰਾਬ ਭਰੀ ਪਈ ਹੈ। ਮਨਾ ਕਿਉਂ ਐਵੇਂ ਕਰਦਾ, ਮੈਨੂੰ ਥੋੜਾ ਮਿਲਿਆ ਤੈਨੂੰ ਜ਼ਿਆਦਾ ਮਿਲਿਆ, ਤੇ ਪਰਮਾਤਮਾ ਦੀ ਪਰਾਂ ਲੱਭਦਾ। ਜੋ ਤੇਰੇ ਭਾਗਾਂ ਵਿੱਚ ਤੈਨੂੰ ਮਿਲੇਗਾ, ਐਵੇਂ ਈਰਖਾ ਨਾ ਕਰੋ। ਹੁਣ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਤਿਗੁਰ ਛੇਤੀ ਗਣਤ ਜੇ ਰੱਖੈ। ਜਿਹੜੇ ਗੁਰੂ ਨਾਲ ਗਣਤ ਰੱਖਦੇ ਨੇ, ਜਿਹੜੇ ਗੁਰੂ ਨਾਲ ਚਿੜ ਰੱਖਦੇ ਨੇ, ਹਾਲ ਕੀ ਹੋਏਗਾ, ਹਲਤ ਪਲਤ ਸਭ ਤਿਸਕਾ ਗਿਆ। ਉਹਦਾ ਲੋਕ ਵੀ ਗਿਆ ਤੇ ਉਹਦਾ ਪਰਲੋਕ ਵੀ ਗਿਆ। ਜਿਹੜਾ ਗੁਰੂ ਨਾਲ, ਕਿਉਂਕਿ ਸਿੱਖਾਂ ਦਾ ਸਵਾਲ ਹੈ, ਸਤਿਗੁਰੂ ਜੀ ਬੜੇ ਵੈਰ ਕਰਦੇ ਨੇ, ਬੜੀ ਨਿੰਦਿਆ ਕਰਦੇ ਨੇ, ਕਈ ਗੁਰੂ ਘਰ ਦੀ ਅੱਜ ਵੀ ਕਰੀ ਜਾਂਦੇ ਨੇ ਨਾ ਜੀ। ਬਲਕਿ ਗੁਰੂ ਨਾਨਕ ਦਾ ਘਰ ਅੱਜ ਜੇ ਤੁਸੀਂ ਸਮਾਜ ਵਿੱਚ ਵੇਖੋਗੇ ਤੇ ਸਭ ਤੋਂ ਸ਼ਿਖਰ ਦੀ ਸੇਵਾ ਗੁਰੂ ਨਾਨਕ ਦੇ ਘਰ ਦੀ ਹੈ। ਆ ਤੁਹਾਡੇ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਵੇਖੋ, ਦੇਣੀ ਤੇ ਰੋਜੀ ਸਭ ਨੂੰ ਨਿਰੰਕਾਰ ਨੇ ਹੈ। ਅੱਜ ਜਿਹੜੇ ਲੰਗਰ ਚੱਲਦੇ ਨਾ ਪਾਵਨ ਗੁਰਦੁਆਰਾ ਸਾਹਿਬ, ਸੀਸਗੰਜ ਸਾਹਿਬ ਜਾਂ ਬੰਗਲਾ ਸਾਹਿਬ ਜਾਂ ਹੋਰ ਗੁਰੂ ਧਾਮਾਂ ਦੇ ਵਿੱਚ, ਕਦੇ ਨਿਗਾਹ ਮਾਰਿਓ ਜੇ ਕਿੰਨੇ ਲੋਕ ਉਹ ਨੇ ਜਿਹੜੇ ਇੱਥੋਂ ਲੰਗਰ ਛਕ ਕੇ ਸੌਂਦੇ ਨੇ। ਇਹ ਗੁਰੂ ਨਾਨਕ ਦਾ ਘਰ ਹੈ ਨਾ, ਕਿਉਂਕਿ ਗੁਰੂ ਨਾਨਕ ਦੇ ਘਰ ਨੇ ਕਦੇ ਕਿਸੇ ਨਾਲ ਈਰਖਾ ਨਹੀਂ ਕੀਤੀ। ਗੁਰੂ ਨਾਨਕ ਸਾਹਿਬ ਨੇ ਕਦੇ ਕਿਸੇ ਨਾਲ ਵੈਰ ਵਿਰੋਧ ਨਹੀਂ ਕੀਤਾ, ਕਿਉਂਕਿ ਗੁਰੂ ਨਾਨਕ ਦੀ ਵਿਚਾਰਧਾਰਾ ਹੀ ਹੈ ਇੱਕ ਓੰਕਾਰ। ਪਰ ਕਰਨ ਵਾਲੇ ਕਰਦੇ ਪਏ ਨੇ ਤੇ ਉਹਨਾਂ ਦਾ ਹਸ਼ਰ ਕੀ ਹੈ। ਸਾਹਿਬ ਕਹਿੰਦੇ ਹਾਲਤ ਪਲਤ ਸਭ ਤਿਸਕਾ ਗਿਆ। ਉਹਦਾ ਲੋਕ ਵੀ ਗਿਆ, ਉਹਦਾ ਪਰਲੋਕ ਵੀ ਗਿਆ। ਜਿਹੜਾ ਗੁਰੂ ਨਾਲ ਚਿੜ ਕਰਦਾ ਹੈ, ਜਿਹੜਾ ਗੁਰੂ ਨਾਲ ਵੈਰ ਕਰਦਾ, ਨਿਤ ਝਈਆ ਪਾਏ ਝੱਗੂ ਸੁੱਟੈ। ਸਤਿਗੁਰੂ ਕਹਿੰਦੇ ਕਰ ਕੁਛ ਨਹੀਂ ਸਕਦਾ। ਝਈਆ ਪਾਏ ਦਾ ਭਾਵ ਹੁੰਦਾ ਕਚੀਚੀਆਂ ਲੈਣੀਆਂ। ਜਿੱਥੇ ਸਾਡਾ ਵਾਸਨਾ ਨਾ ਚੱਲੇ ਉੱਥੇ ਆਪਾਂ ਐਵੇਂ ਕਚੀਚੀਆਂ ਹੀ ਲੈ ਸਕਦੇ ਹਾਂ ਨਾ ਜੀ। ਗੁਰੂ ਨਾਨਕ ਦੀ ਵਿਚਾਰਧਾਰਾ ਦਾ ਕੋਈ ਤੋੜ ਨਹੀਂ, ਗੁਰੂ ਨਾਨਕ ਦੀ ਤਰਕ ਦਾ ਕੋਈ ਜਵਾਬ ਨਹੀਂਗਾ, ਫਿਰ ਕਚੀਚੀਆਂ ਹੀ ਲਏਗਾ ਨਾ ਜੀ। ਅੰਦਰੋਂ ਅੰਦਰ ਹੀ ਪਰੇਸ਼ਾਨ ਹੀ ਹੋਏਗਾ ਨਾ ਜੀ। ਨਿਤ ਝਈਆਂ ਪਾਏ, ਝਈਆਂ ਦਾ ਭਾਵ ਹੈ ਵੀ ਕਚੀਚੀਆਂ ਲਏਗਾ। ਝੱਗੂ ਸੁੱਟੈ, ਝੱਗੂ ਸੁੱਟੈ ਦਾ ਭਾਵ ਹੁੰਦਾ ਜਦੋਂ ਆਪਾਂ ਘਰਾਂ ਵਿੱਚ ਕੁੱਤੇ ਰੱਖਦੇ ਹਾਂ ਨਾ, ਉਹ ਕਿਤੇ ਕਿਸੇ ਕਾਰਨ ਹਲਕਾ ਜਾਵੇ ਕੁੱਤਾ,
ਉਹਦੀ ਪਛਾਣ ਹੁੰਦੀ, ਉਹਦੇ ਮੂੰਹ ਚੋਂ ਝੱਗ ਡਿੱਗਦੀ ਹੈ। ਜੇ ਕੋਈ ਕੁੱਤਾ ਹਲਕਾ ਜਾਵੇ, ਉਹਦੀ ਪਛਾਣ ਹੈ ਵੀ ਉਹਦੇ ਮੂੰਹ ਚੋਂ ਥੁੱਕ ਡਿੱਗਦਾ, ਝੱਗ ਡਿੱਗਦੀ। ਸਤਿਗੁਰੂ ਕਹਿੰਦੇ ਨਿੰਦਕ ਬੰਦਾ ਵੀ ਝੱਗ ਸੁੱਟਦਾ ਪਿਆ, ਨਿਤ ਝਈਆਂ ਪਾਏ ਝੱਗੂ ਸੁੱਟੇ, ਝੜ ਝਖਦਾ ਝਖਦਾ ਝੜ ਪਿਆ। ਸਾਹਿਬ ਕਹਿੰਦੇ ਅਖੀਰ ਖਪਦਾ ਖਪਦਾ ਖਪ ਜਾਂਦਾ, ਗੁਰੂ ਦਾ ਵਿਗਾੜ ਕੁਝ ਨਹੀਂ ਸਕਦਾ। ਉਹ ਆਪਣੇ ਆਪ ਵਿੱਚ ਦੁਖੀ ਹੋ ਰਿਹਾ, ਉਹ ਗੁਰੂ ਦਾ ਕੁਝ ਵਿਗਾੜ ਨਹੀਂ ਸਕਦਾ। ਤੇ ਅੱਗੇ ਰਹਿਮਤ ਕਰਦੇ ਨੇ, ਕਹਿੰਦੇ ਨਿਰਵੈਰੈ ਨਾਲ ਜੇ ਵੈਰ ਰਚਾਏ। ਗੁਰੂ ਤੇ ਸਤਿਗੁਰ ਪੁਰਖ ਨਿਰਵੈਰ ਹੈ ਨਾ ਜੀ। ਗੁਰੂ ਸਾਹਿਬ ਤੇ ਕਿਸੇ ਨਾਲ ਵੈਰ ਨਹੀਂ ਕਰਦੇ, ਪਰ ਉਹ ਨਿਰਵੈਰ ਗੁਰੂ ਨਾਲ ਵੈਰ ਕਰ ਰਿਹਾ ਨਾ। ਤੇ ਜਿਹੜਾ ਨਿਰਵੈਰ ਨਾਲ ਵੈਰ ਕਰਦਾ, ਪ੍ਰਮਾਤਮਾ ਦਾ ਵੀ ਸੰਵਿਧਾਨ ਹੈ। ਜਿਵੇਂ ਇੱਕ ਦੇਸ਼ ਦਾ ਸੰਵਿਧਾਨ ਹੈ ਨਾ, ਜਿਹੜਾ ਟ੍ਰੈਫਿਕ ਨਿਯਮ ਤੋੜੇਗਾ ਉਹਦੇ ਤੇ ਆਹ ਧਾਰਾ ਲੱਗਦੀ ਹੈ, ਉਹਨੂੰ ਇੰਨਾ ਜੁਰਮਾਨਾ ਪੈਂਦਾ। ਜਿਹੜਾ ਚੋਰੀ ਕਰੇਗਾ ਉਹਦੇ ਤੇ ਆਹ ਧਾਰਾ ਲੱਗਦੀ, ਉਹਨੂੰ ਇੰਨੀ ਸਜ਼ਾ ਮਿਲਦੀ ਹੈ। ਸੰਵਿਧਾਨ ਹੈ ਨਾ ਜੀ। ਜੇ ਇੱਕ ਦੇਸ਼ ਛੋਟਾ ਜਿਹਾ, ਆਪਾਂ ਧਰਤੀ ਦਾ ਇੱਕ ਟੁਕੜਾ ਹੀ ਹੁੰਦਾ ਦੇਸ਼, ਉਹ ਚਲਾਉਣ ਲਈ ਸੰਵਿਧਾਨ ਚਾਹੀਦਾ ਹੈ। ਤੇ ਏਡੀ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਨੇ ਵੀ ਤੇ ਕੋਈ ਸੰਵਿਧਾਨ ਬਣਾਇਆ ਹੀ ਹੈ। ਬਿਨਾਂ ਸੰਵਿਧਾਨ ਤੋਂ ਸ੍ਰਿਸ਼ਟੀ ਤੇ ਨਹੀਂ ਰਚ ਦਿੱਤੀ ਨਾ ਪਰਮਾਤਮਾ ਨੇ। ਇਸ ਦਾ ਵੀ ਕੋਈ ਨਿਯਮ ਹੈ। ਜੇ ਉਸ ਨਿਯਮ ਨੂੰ ਤੋੜੇਗਾ ਤੇ ਤੂੰ ਵੀ ਜਿਵੇਂ ਟ੍ਰੈਫਿਕ ਚਲਾਨ ਪੁਲਿਸ ਕੱਟ ਦਿੰਦੀ ਹੈ ਨਾ ਜੀ, ਤੇ ਪ੍ਰਮਾਤਮਾ ਵੱਲੋਂ ਵੀ ਤੇ ਫਿਰ ਕੋਈ ਸਜ਼ਾ ਹੈਗੀ ਹੈ ਨਾ। ਜੇ ਪ੍ਰਮਾਤਮਾ ਦਾ ਸੰਵਿਧਾਨ ਤੋੜੇਗਾ, ਇੱਕ ਨਿਰਵੈਰ ਬੰਦਾ ਜਿਹੜਾ ਕਿਸੇ ਨੂੰ ਕੁਝ ਨਹੀਂ ਕਹਿ ਰਿਹਾ, ਉਹਦੇ ਨਾਲ ਤੂੰ ਵੈਰ ਕਰੇਗਾ ਤੇ ਪ੍ਰਮਾਤਮਾ ਦਾ ਸੰਵਿਧਾਨ ਤੇਰੇ ਤੇ ਫਿਰ ਇੱਕ ਸਜ਼ਾ ਲਾਗੂ ਕਰਦਾ ਹੈ। ਕਿਹੜੀ ਸਜ਼ਾ? ਗੁਰੂ ਰਾਮਦਾਸ ਜੀ ਕਹਿੰਦੇ ਨੇ ਨਿਰਵੈਰੈ ਨਾਲ ਜੇ ਵੈਰ ਰਚਾਏ। ਜਿਹੜੇ ਨਿਰਵੈਰਾਂ ਨਾਲ ਵੈਰ ਰਚਾਉਂਦੇ ਨੇ, ਸਭ ਪਾਪ ਜਗਤੈ ਕਾ ਤਿਨੇ ਸਿਰ ਲਿਆ। ਸਾਰੇ ਜਗਤ ਦੇ ਪਾਪ ਉਸ ਬੰਦੇ ਦੇ ਸਿਰ ਤੇ ਪੈ ਜਾਂਦੇ ਆ। ਜਿਹੜੇ ਉਹਨੇ ਨਹੀਂ ਕੀਤੇ ਉਹ ਵੀ ਉਹਦੇ ਸਿਰ ਤੇ ਨੇ। ਕਿਹਦੇ ਸਿਰ ਤੇ ਸੁਣਿਓ ਜੇ? ਇਹਨੂੰ ਆਪਣੇ ਜੀਵਨ 'ਚ ਲਾਗੂ ਕਰਨਾ ਅਸੀਂ। ਜਿਹੜਾ ਬੰਦਾ ਨਿਰਵੈਰ ਬੰਦੇ ਨਾਲ ਵੈਰ ਕਰਦਾ, ਸਤਿਗੁਰੂ ਕਹਿੰਦੇ ਸਾਰੇ ਦੁਨੀਆ ਦੇ ਪਾਪ ਉਹਦੇ ਸਿਰ ਤੇ ਆਣ ਪੈਂਦੇ ਨੇ। ਉਸ ਅੱਗੇ ਪਿੱਛੇ ਢੋਈ ਨਾਹੀਂ। ਉਹਨੂੰ ਢੋਈ ਦੇਣ ਵਾਲਾ, ਉਹਨੂੰ ਥਾਂ ਦੇਣ ਵਾਲਾ, ਉਹਨੂੰ ਸਹਾਰਾ ਦੇਣ ਵਾਲਾ ਕੋਈ ਨਹੀਂ। ਜਿਸ ਅੰਦਰ ਨਿੰਦਾ ਮੂੰਹ ਅੰਬ ਪਿਆ। ਸਾਹਿਬ ਕਹਿੰਦੇ ਅੰਦਰੋਂ ਤੇ ਨਿੰਦਕ ਹੈ, ਮੂੰਹ ਅੰਬ ਪਿਆ। ਮੂੰਹ ਦਾ ਬੜਾ ਮਿੱਠਾ ਹੈ ਜੀ, ਮੂੰਹ ਅੰਬ ਵਰਗਾ ਹੈ। ਇਹ ਵੀ ਬਹੁਤਿਆਂ ਦਾ ਸੁਭਾਅ ਹੈ ਨਾ ਜੀ। ਅੰਦਰੋਂ ਤੇ ਬਾਹਰੋਂ ਵੱਖੋ ਵੱਖ ਨੇ, ਪਰ ਸਿੱਖ ਦਾ ਜੀਵਨ ਇਹੋ ਜਿਹਾ ਨਹੀਂਗਾ। ਸਿੱਖ ਸਦੀਵ ਅੰਦਰੋਂ ਨਿਰਮਲ ਬਾਹਰੋਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਉਹ ਅੰਦਰੋਂ ਵੀ ਸਿੱਖ ਨਿਰਮਲ ਹੈ, ਬਾਹਰੋਂ ਵੀ ਨਿਰਮਲ ਹੈ। ਪਰ ਜਿਹੜਾ ਅੰਦਰੋਂ ਮਾੜਾ ਹੈ ਤੇ ਬਾਹਰੋਂ ਮੂੰਹ ਦਾ ਮਿੱਠਾ ਹੈ, ਸਤਿਗੁਰੂ ਕਹਿੰਦੇ ਉਹਨੂੰ ਵੀ ਕਿਤੇ ਢੋਈ ਨਹੀਂ ਜੇ ਮਿਲਦੀ। ਉਸ ਅੱਗੇ ਪਿੱਛੇ ਢੋਈ ਨਾਹੀਂ, ਜਿਸ ਅੰਦਰ ਨਿੰਦਾ। ਅੰਦਰ ਨਿੰਦਿਆ ਜੀ, ਮੂੰਹ ਅੰਬ ਪਿਆ, ਮੂੰਹ ਚੋਂ ਅੰਬ ਵਰਗਾ ਮਿੱਠਾ। ਉਸ ਬੰਦੇ ਦੇ ਸਤਿਗੁਰੂ ਨੇ ਤੁਲਨਾ ਕਿੱਥੇ ਕੀਤੀ? ਤਰੱਕੀ ਉਹਨੇ ਕੀ ਕਰਨੀ ਹੈ, ਵਾਧਾ ਉਹਨੇ ਕੀ ਕਰਨਾ ਹੈ? ਸਤਿਗੁਰੂ ਕਹਿੰਦੇ ਨੇ ਜੇ ਸੋਨੇ ਨੂੰ ਉਹ ਹੱਥ ਪਾਏ, ਜੇ ਉਹ ਬੰਦਾ ਸੋਨੇ ਨੂੰ ਹੱਥ ਲਾ ਦੇ ਨਾ, ਸੋਨੇ ਨੂੰ, ਤਾਂ ਖੇਹੂ ਸੇਤੀ ਰਲ ਗਿਆ, ਸਮਝੋ ਸੋਨਾ ਵੀ ਸਵਾਹ ਹੋ ਗਿਆ। ਇਹੋ ਜਿਹੇ ਬੰਦੇ ਜਿਹੜੇ ਨਿਰਵੈਰਾਂ ਨਾਲ ਵੈਰ ਕਰਦੇ, ਜਿਹੜੇ ਗੁਰੂ ਦੀ ਨਿੰਦਿਆ ਕਰਦੇ, ਜਿਹੜੇ ਗੁਰੂ ਨਾਲ ਵੈਰ ਕਰਦੇ ਐ, ਜਿਹੜੇ ਮੂੰਹ ਦੇ ਮਿੱਠੇ ਤੇ ਅੰਦਰ ਕਪਟ ਰੱਖੀ ਬੈਠੇ ਨੇ, ਗੁਰੂ ਰਾਮਦਾਸ ਜੀ ਕਹਿੰਦੇ ਪਏ ਨੇ ਗੱਲ, ਮਤ ਸਮਝਿਓ ਮੈਂ ਕਹਿ ਰਿਹਾ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਇਹ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਬੋਲ ਨੇ ਜੀ ਸੰਗਤ ਜੀ। ਸਤਿਗੁਰੂ ਕਹਿੰਦੇ ਨੇ ਜੇ ਸੋਨੇ ਨੂੰ ਉਹ ਹੱਥ ਪਾਏ, ਉਹ ਬੰਦਾ ਸੋਨੇ ਨੂੰ ਵੀ ਹੱਥ ਪਾ ਲਵੇ, ਤਾਂ ਖੇਹੂ ਸੇਤੀ ਰਲ ਗਿਆ। ਉਹ ਸੋਨੇ ਨੂੰ ਵੀ ਸਵਾਹ ਬਣਾ ਸਕਦਾ। ਇੰਨਾ ਮਾੜਾ ਬੰਦਾ ਹੈ ਜਿਹੜਾ ਮੂੰਹ ਦਾ ਮਿੱਠਾ ਤੇ ਵੈਰਾਂ ਨਿਰਵੈਰਾਂ ਨਾਲ ਜਿਹੜਾ ਵੈਰ ਕਰਦਾ ਪਿਆ। ਸਤਿਗੁਰੂ ਦੇ ਚਰਨਾਂ ਫਿਰ ਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਪਾਤਸ਼ਾਹ ਕੀ ਉਹ ਬੰਦੇ ਫਿਰ ਬਖਸ਼ੇ ਨਹੀਂ ਜਾਂਦੇ? ਕੀ ਉਹ ਇੰਨੇ ਪਾਪੀ ਬੰਦੇ ਬਖਸ਼ੇ ਨਹੀਂ ਜਾ ਸਕਦੇ? ਤੇ ਗੁਰੂ ਨਾਨਕ ਦੇ ਘਰ ਦਾ ਦਰਵਾਜ਼ਾ ਤੇ ਕਦੇ ਬੰਦ ਹੁੰਦਾ ਹੀ ਨਹੀਂ ਜੀ। ਦੁਨੀਆ ਦੇ ਵਿੱਚ ਬੜੇ ਧਰਮ, ਬੜੇ ਵਰਨ, ਬੜੇ
ਫਿਰ ਕੇ ਉਹਨੇ ਜਿਹੜੇ ਕਹਿੰਦੇ ਜਿੰਨੇ ਪਾਪ ਕੀਤੇ ਓਨੇ ਪੁੰਨ ਕਰੋ ਤੇ ਫਿਰ ਬਖਸ਼ੇ ਜਾਓਗੇ। ਪਰ ਗੁਰੂ ਨਾਨਕ ਦਾ ਘਰ ਕਹਿੰਦਾ ਦਾਤਾ ਔਗਣ ਤੇ ਗਿਣੇ ਹੀ ਨਹੀਂ ਜਾਣੇ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਦਾਤਾ ਮੈਂ ਕਿਵੇਂ ਗਿਣਾ, ਮੇਰੇ ਕਿੰਨੇ ਨੇ। ਜਿਵੇਂ ਸਮੁੰਦਰ ਦਾ ਪਾਣੀ ਨਹੀਂ ਗਿਣਿਆ ਜਾ ਸਕਦਾ, ਉਵੇਂ ਮੇਰੇ ਅੰਦਰ ਦੇ ਔਗਣ ਨੇ, ਮੈਂ ਕਿਵੇਂ ਗਿਣਾ, ਮੈਂ ਨਹੀਂ ਗਿਣ ਸਕਦਾ। ਦਇਆ ਕਰੋ ਕਿਛ ਮਿਹਰ ਪਾਵੋ। ਦਾਤਾ ਤੁਸੀਂ ਦਇਆ ਕਰ ਦਿਓ, ਤੁਸੀਂ ਮਿਹਰ ਕਰ ਦਿਓ ਤਾਂ ਮੈਂ ਬਖਸ਼ਿਆ ਜਾ ਸਕਦਾ, ਨਹੀਂ ਤੇ ਮੈਂ ਨਹੀਂ ਬਖਸ਼ਿਆ ਜਾ ਸਕਦਾ। ਡੁੱਬਦੇ ਪੱਥਰ ਤਾਰੇ ਤੁਸੀਂ ਤੇ ਪੱਥਰਾਂ ਨੂੰ ਤਾਰਨ ਵਾਲੇ, ਮੈਂ ਕਿਉਂ ਨਹੀਂ। ਦੇਵਾ ਪਾਹਣ ਤਾਰੀ ਅਲੇ। ਦੇਵਾ ਤੂੰ ਤੇ ਪੱਥਰਾਂ ਨੂੰ ਤਾਰਨਾ ਹੈ। ਰਾਮ ਕਹਿਤ ਜਨ ਕਸ ਨਾ ਤਰੇ। ਤੇਰਾ ਨਾਂ ਲੈ ਕੇ ਬੰਦਾ ਕਿਵੇਂ ਨਹੀਂ ਤਰੇਗਾ। ਸਿੱਖ ਕਹਿੰਦੇ ਸਤਿਗੁਰੂ ਉਹਨਾਂ ਦਾ ਇੰਨਾ ਮਾੜਾ ਹਾਲ। ਸਤਿਗੁਰੂ ਫਿਰ ਬਖਸ਼ੇ ਜਾਣਗੇ ਕਿ ਨਹੀਂ ਬਖਸ਼ੇ ਜਾਣਗੇ। ਗੁਰੂ ਰਾਮਦਾਸ ਕਹਿੰਦੇ ਬਖਸ਼ੇ ਜਾ ਸਕਦੇ ਆ। ਗੁਰੂ ਨਾਨਕ ਦਾ ਘਰ ਕਦੇ ਬੰਦ ਨਹੀਂ। ਸਤਿਗੁਰ ਖੋਟਿਓ ਖਰੇ ਕਰ ਦਿੰਦਾ ਹੈ ਜੀ। ਆਪਾਂ ਉਹ ਸ਼ਬਦ ਪੜ੍ਹਦੇ ਹਾਂ, ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ। ਖਰੇ ਖਜ਼ਾਨੇ ਪਾਈਏ ਖੋਟੇ ਸੱਟੀਏ ਬਾਹਰ ਵਾਰ। ਖਰੇ ਉਹ ਨੇ ਜਿਹੜੇ ਗੁਰੂ ਵਾਲੇ ਬਣ ਗਏ, ਖੋਟੇ ਉਹ ਨੇ ਜਿਹੜੇ ਉਲਟ ਚੱਲਦੇ ਪਏ ਨੇ। ਖਰਿਆਂ ਨੂੰ ਤੇ ਖਜ਼ਾਨੇ ਪਾ ਲੈਂਦਾ, ਖਰੇ ਖਜ਼ਾਨੇ ਪਾਈਏ ਖੋਟੇ ਸੱਟੀਏ ਬਾਹਰ ਵਾਰ। ਖੋਟੇ ਸੱਚੀ ਦਰਗਾਹ ਸੱਟੀਏ। ਸੱਚੀ ਦਰਗਾਹ ਵਿੱਚ ਖੋਟਿਆਂ ਨੂੰ ਥਾਂ ਨਹੀਂ, ਉਹਨਾਂ ਨੂੰ ਸੁੱਟ ਦਿੱਤਾ ਜਾਂਦਾ ਹੈ। ਕਿਸ ਆਗੇ ਕਰਾਂ ਪੁਕਾਰ। ਸਾਹਿਬ ਕਹਿੰਦੇ ਕਿਹਦੇ ਅੱਗੇ ਜਾਣ ਹੁਣ ਜੀ। ਉਹਨਾਂ ਨੂੰ ਧੱਕਾ ਦੇ ਦਿੱਤਾ ਦਰਗਾਹ 'ਚੋਂ, ਤੁਹਾਨੂੰ ਥਾਂ ਨਹੀਂ। ਹੁਣ ਉਹ ਜਾਣ ਕਿੱਥੇ। ਸਾਹਿਬ ਕਹਿੰਦੇ ਇੱਕ ਥਾਂ ਹੈਗੀ ਹੈ, ਸਤਿਗੁਰ ਪਿੱਛੇ ਭੱਜ ਪਏ। ਜੇ ਉਹ ਗੁਰੂ ਦੇ ਪਿੱਛੇ ਭੱਜ ਪੈਣ ਨਾ, ਸਤਿਗੁਰੂ ਬਖਸ਼ ਲਵੋ। ਹਰਜੂ ਤੋ ਪਹਿਲਾਜ ਹਮਾਰੀ। ਉਹ ਅਰਦਾਸ ਕਰਨ, ਹੇ ਦਾਤਾ ਜੀ ਹਮ ਪਾਪੀ ਤੁਮ ਪਾਪ ਖੰਡਨ। ਉਹ ਅਰਦਾਸ ਕਰਨ ਗੋਬਿੰਦ ਹਮ ਐਸੇ ਅਪਰਾਧੀ। ਉਹ ਮੰਨਣ। ਸਾਹਿਬ ਕਹਿੰਦੇ ਸਤਿਗੁਰ ਖੋਟਿਓ ਸਤਿਗੁਰ ਪਿੱਛੇ ਭੱਜ ਪਵੇਂ। ਇਹ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ। ਸਤਿਗੁਰੂ ਖੋਟਿਆਂ ਤੋਂ ਵੀ ਖਰੇ ਕਰ ਦਿੰਦਾ ਹੈ। ਕਿਵੇਂ ਕਰਦਾ ਹੈ। ਸ਼ਬਦ ਸਵਾਰਨ ਹਾਰ, ਆਪਣੇ ਸ਼ਬਦ ਦੇ ਨਾਲ। ਗੁਰੂ ਸ਼ਬਦ ਨਾਲ ਖੋਟਿਆਂ ਤੋਂ ਖਰੇ ਕਰ ਦਿੰਦਾ ਹੈ। ਸਤਿਗੁਰ ਖੋਟਿਓ ਸ਼ਬਦ ਖਰੇ ਕਰੇ, ਸ਼ਬਦ ਸਵਾਰਨ ਹਾਰ। ਸਾਹਿਬ ਕਹਿੰਦੇ ਨੇ ਸੱਚੀ ਦਰਗਾਹ ਮੰਨੀਅਨ। ਕੱਢਦੇ ਸੀ ਨਾ ਦਰਗਾਹ ਚੋਂ, ਹੁਣ ਦਰਗਾਹ 'ਚ ਥਾਂ ਮਿਲ ਗਈ। ਸੱਚੀ ਦਰਗਾਹ ਮੰਨੀਅਨ ਗੁਰ ਕੈ ਪ੍ਰੇਮ ਪਿਆਰ। ਗਣਤ ਤਨਾ ਕੀ ਕੋ ਕਿਆ ਕਰੇ, ਜੇ ਆਪ ਬਖਸ਼ੇ ਕਰਤਾਰ। ਜੋ ਆਪ ਬਖਸ਼ ਲਏ ਨੇ ਪ੍ਰਮਾਤਮਾ ਨੇ, ਉਹਨਾਂ ਦੀ ਰੀਸ ਕੋਈ ਕੀ ਕਰ ਸਕਦਾ ਹੈ। ਤੇ ਗੁਰੂ ਰਾਮਦਾਸ ਨੂੰ ਸਿੱਖ ਕਹਿੰਦੇ ਪਾਤਸ਼ਾਹ ਬਖਸ਼ੇ ਜਾਣਗੇ। ਸਾਹਿਬ ਕਹਿੰਦੇ ਹਾਂ। ਕਿਵੇਂ ਬਖਸ਼ੇ ਜਾਣਗੇ। ਕਹਿੰਦੇ ਜੇ ਗੁਰ ਕੀ ਸ਼ਰਣੀ ਫਿਰ ਉਹ ਆਵੇਂ। ਜੇ ਉਹ ਫਿਰ ਗੁਰੂ ਦੀ ਸ਼ਰਨ ਵਿੱਚ ਆ ਜਾਣ। ਜਿਹੜੇ ਨਿੰਦਕ ਨੇ, ਜਿਹੜੇ ਗੁਰੂ ਨਾਲ ਵੈਰ ਕਰਦੇ ਸੀ, ਜਿਹੜੇ ਗੁਰੂ ਨਾਲ ਵਿਰੋਧ ਕਰਦੇ ਸੀ, ਚਿੜ ਰੱਖਦੇ ਸੀ, ਸਾਹਿਬ ਕਹਿੰਦੇ ਉਹ ਵੀ ਬਖਸ਼ੇ ਜਾ ਸਕਦੇ ਨੇ। ਪਰ ਜੇ ਸਤਿਗੁਰੂ ਦੀ ਸ਼ਰਨ ਆ ਜਾਣ। ਜੇ ਗੁਰ ਕੀ ਸ਼ਰਣੀ ਫਿਰ ਉਹ ਆਵੇਂ, ਤਾਂ ਪਿਛਲੇ ਔਗਣ ਬਖਸ਼ ਲਿਆ। ਗੁਰੂ ਉਹਨਾਂ ਦੇ ਪਿਛਲੇ ਔਗਣ ਵੀ ਮੁਆਫ ਕਰਕੇ ਬਖਸ਼ ਲੈਂਦੇ ਨੇ। ਤੇ ਬੜੇ ਬਖਸ਼ੇ ਵੀ ਗਏ ਗੁਰੂ ਘਰ ਵਿੱਚ ਜੀ। ਜਨ ਨਾਨਕ ਅਨਦਿਨ ਨਾਮ ਧਿਆਇਆ, ਹਰ ਸਿਮਰਤ ਕਿਲ ਵਿਖ ਪਾਪ ਗਿਆ। ਸਤਿਗੁਰੂ ਕਹਿੰਦੇ ਮੈਂ ਦਾਸ ਨਾਨਕ ਨੇ ਪਰਮਾਤਮਾ ਦਾ ਨਾਮ ਜਪਿਆ ਜੀ। ਨਾਮ ਜਪਿਆ ਸਾਰੇ ਕਿਲ ਵਿਖ ਪਾਪ ਦੁੱਖ ਖਤਮ ਹੋ ਜਾਂਦੇ ਨੇ। ਅੱਗੇ ਫਿਰ ਪੌੜੀ। ਪੌੜੀ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ। ਕਹਿੰਦੇ ਤੂੰ ਹੈ ਸੱਚਾ ਸੱਚ ਤੂੰ, ਸਬਦੂ ਉਪਰ ਤੂੰ ਦੀ ਬਾਣ। ਹੇ ਨਿਰੰਕਾਰ ਜੀ ਤੂੰ ਸੱਚਾ ਹੈ, ਤੂੰ ਸਾਰਿਆਂ ਦੇ ਸਿਰ ਤੇ ਦੀਵਾਨ ਹੈ, ਸਾਰਿਆਂ ਦਾ ਲੇਖਾ ਲੈਣ ਵਾਲਾ ਹੈ। ਜੋ ਤੁਧ ਸੱਚ ਧਿਆਏਂਦੇ ਸੱਚ ਸੇਵਨ, ਸੱਚੇ ਤੇਰਾ ਮਾਣ। ਹੇ ਨਿਰੰਕਾਰ ਜੀ ਜਿਹੜੇ ਤੈਨੂੰ ਸੱਚੇ ਨੂੰ ਧਿਆਉਂਦੇ ਨੇ, ਨਿਰੰਕਾਰ ਜੀ ਜਿਹੜੇ ਤੁਹਾਡੀ ਸੇਵਾ ਕਰਦੇ ਨੇ, ਉਹਨਾਂ ਦਾ ਤੁਸੀਂ ਮਾਣ ਜੇ, ਉਹਨਾਂ ਦਾ ਸਤਿਕਾਰ ਤੁਸੀਂ ਸੰਸਾਰ ਵਿੱਚ ਕਾਇਮ ਕਰਦੇ ਹੋ। ਉਹਨਾਂ ਅੰਦਰ ਸੱਚ, ਉਹਨਾਂ ਦੇ ਅੰਦਰ ਵੀ ਸੱਚ ਹੈ। ਮੁਖ ਉਜਲਾ, ਜਿਹਦੇ ਅੰਦਰ ਸੱਚ ਹੋਏਗਾ ਨਾ ਉਹਦਾ ਮੁਖ ਉਜਲਾ। ਜੇ ਮੁਖ ਉਜਲਾ ਇਕੱਲਾ ਇਹ ਨਹੀਂ ਹੁੰਦਾ ਵੀ ਮੂੰਹ ਬੜਾ ਸੋਹਣਾ। ਮੁਖ ਉਜਲਾ ਹੁੰਦਾ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ ਉਹਨਾਂ ਦਾ ਹੀ ਮੁਖ ਉਜਲਾ ਹੈ ਜੀ।
ਤੇ ਸਾਹਿਬ ਜੀ ਕਿਰਪਾ ਕਰਦੇ, ਕਹਿੰਦੇ ਉਹਨਾਂ ਅੰਦਰ ਸੱਚ, ਉਹਨਾਂ ਦੇ ਅੰਦਰ ਸੱਚ ਹੈ। ਕਿਹਨਾਂ ਦੇ? ਜਿਹੜੇ ਤੈਨੂੰ ਧਿਆਉਂਦੇ ਪਏ ਨੇ, ਮੁਖ ਉਜਲੇ, ਉਹਨਾਂ ਦੇ ਮੁਖ ਉਜਲੇ ਨੇ। ਸੱਚ ਬੋਲਣ, ਉਹ ਬੋਲਦੇ ਵੀ ਸੱਚ ਨੇ। ਸੱਚੇ ਤੇਰਾ ਤਾਣ, ਉਹਨਾਂ ਦੇ ਕੋਲ ਹੋਰ ਕੋਈ ਤਾਕਤ ਨਹੀਂ। ਪਰਮਾਤਮਾ ਜੀਓ, ਉਹਨਾਂ ਦੇ ਕੋਲ ਕੇਵਲ ਤੇ ਕੇਵਲ ਤੁਹਾਡੇ ਨਾਮ ਦੀ ਤਾਕਤ ਹੈ, ਤੁਹਾਡੇ ਨਾਮ ਦੀ ਤਾਕਤ ਹੈ। ਤੇ ਸਾਹਿਬ ਜੀ ਕਿਰਪਾ ਕਰਦੇ, ਕਹਿੰਦੇ ਸੇ ਭਗਤ ਜਿਨੀ ਗੁਰਮੁਖ ਸਲਾਹ ਆ। ਸਾਹਿਬ ਕਹਿੰਦੇ ਭਗਤ ਕੌਣ ਨੇ? ਵੈਸੇ ਨਾਮ ਭਗਤ ਰੱਖ ਲ, ਕਈਆਂ ਨੇ ਆਪਣੇ ਸਰੀਰਕ ਨਾਮ ਵੀ ਭਗਤ ਸਿੰਘ ਰੱਖੇ ਹੋਣਗੇ, ਤੇ ਭਗਤ ਕੇਵਲ ਨਾਮ ਰੱਖਣ ਨਾਲ ਜਾਂ ਸਰੀਰਕ ਪਹਿਰਾਵਾ ਪਾਉਣ ਨਾਲ, ਕਈਆਂ ਦੇ ਗਲ ਵਿੱਚ ਮਾਲਾ ਹੋਵੇ, ਹੱਥ 'ਚ ਮਾਲਾ ਹੋਵੇ, ਕਹਿੰਦੇ ਭਗਤ ਹੈ ਜੀ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਭਗਤ ਇਹ ਨਹੀਂ ਗਾ। ਭਗਤ ਕੌਣ ਹੈ? ਸੇ ਭਗਤ। ਭਗਤ ਦਾ ਕੋਈ ਪਹਿਰਾਵਾ ਨਹੀਂ, ਭਗਤ ਇੱਕ ਜੀਵਨ ਦਾ ਨਾਮ ਹੈ। ਭਗਤ ਜਿਹੜਾ ਹੈ ਉਹ ਇੱਕ ਜੀਵਨ ਹੈ। ਜਿਵੇਂ ਜਿਹੜਾ ਲੋਹੇ ਦਾ ਕਾਰੋਬਾਰ ਕਰਦਾ ਹੈ, ਲੋਹੇ ਦੇ ਔਜ਼ਾਰ ਬਣਾਉਂਦਾ, ਆਪਾਂ ਕੀ ਕਹਿੰਦੇ ਆ? ਇਹ ਲੋਹਾਰ ਹੈ। ਉਹਦਾ ਨਾਮ ਭਾਵੇਂ ਕੋਈ ਵੀ ਹੋਵੇ, ਆਪਾਂ ਕਹਿੰਦੇ ਇਹ ਲੋਹਾਰ ਹੈ। ਅੱਛਾ ਜੀ, ਜਿਹੜਾ ਸੋਨੇ ਦੇ ਗਹਿਣੇ ਬਣਾਉਂਦਾ, ਆਪਾਂ ਕੀ ਕਹਿੰਦੇ ਆ? ਸੁਨਾਰ ਹੈ। ਇਹਨੇ ਕਿਰਤ, ਜਿਵੇਂ ਕਿਰਤ ਹੁੰਦੀ ਹੈ ਨਾ, ਕਿਰਤਮ ਨਾਮ, ਇਹ ਭਗਤ ਵੀ ਇੱਕ ਕਿਰਤਮ ਨਾਮ ਹੈ। ਕਿਰਤ ਦੇ ਵਿੱਚੋਂ ਅੰਦਰ ਜੀਵਨ ਬਣਿਆ, ਜੀਵਨ ਦਾ ਨਾਮ ਭਗਤ ਪੈ ਗਿਆ। ਤੇ ਸਾਹਿਬ ਕਹਿੰਦੇ ਸੇ ਭਗਤ ਜਿਨੀ ਗੁਰਮੁਖ ਸਲਾਹਿਆ। ਕਿਹੜੇ ਨੇ ਭਗਤ? ਜਿਹੜੇ ਗੁਰੂ ਵਾਲੇ ਬਣ ਕੇ ਨਿਰੰਕਾਰ ਜੀ ਉਹ ਤੁਹਾਨੂੰ ਸਲਾਹੁੰਦੇ ਪਏ ਨੇ। ਸੱਚ ਸ਼ਬਦ ਨਿਸ਼ਾਨ, ਉਹਨਾਂ ਦੇ ਕੋਲ ਫਿਰ ਸ਼ਬਦ ਦੀ ਰਾਹਦਾਰੀ ਹੁੰਦੀ। ਰਾਹਦਾਰੀ ਹੁੰਦੀ ਹੈ ਜਿਵੇਂ ਜੇ ਕੋਈ ਤੁਹਾਡੇ 'ਚ ਵਪਾਰ ਕਰਦਾ, ਉਹਨੂੰ ਪਤਾ ਹੋਏਗਾ ਰਾਹਦਾਰੀ ਕਿਹਨੂੰ ਕਹਿੰਦੇ ਨੇ। ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚ ਵਪਾਰ ਕਰਨਾ ਹੋਵੇ ਨਾ, ਤੇ ਦੂਜੀ ਸਟੇਟ ਵਿੱਚ ਇੰਟਰ ਹੋਣ ਲੱਗਿਆਂ ਸਾਨੂੰ ਰਾਹਦਾਰੀ ਚਾਹੀਦੀ ਵੀ ਆਹ ਮੈਂ ਵਪਾਰ ਕਰਨ ਜਾ ਰਿਹਾ। ਹੁਣ ਉਹ ਰਾਹਦਾਰੀ ਜੇ ਨਹੀਂ ਨਾ ਹੈਗੀ ਤੇ ਤੁਹਾਨੂੰ ਐਂਟਰੀ ਨਹੀਂ ਮਿਲਣੀ ਦੂਜੀ ਸਟੇਟ ਵਿੱਚ। ਤੁਸੀਂ ਆਪਣਾ ਸਮਾਨ ਸੌਦਾ ਉੱਥੇ ਨਹੀਂ ਲਿਜਾ ਸਕਦੇ। ਹੁਣ ਨਿਸ਼ਾਨ ਦੇ ਅਰਥ ਜਿਹੜੇ ਨੇ, ਇਹ ਵੀ ਨਿਸ਼ਾਨ ਦੇ ਅਰਥ ਵੈਸੇ ਬੜੇ ਨੇ। ਨਿਸ਼ਾਨ ਝੰਡੇ ਨੂੰ ਵੀ ਕਿਹਾ ਜਾਂਦਾ ਹੈ, ਨਿਸ਼ਾਨ ਨਗਾਰੇ ਨੂੰ ਵੀ ਕਿਹਾ ਜਾਂਦਾ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ। ਪਰ ਸ਼ਬਦ ਕਿੱਥੇ ਵਰਤਿਆ ਗਿਆ ਆਪਾਂ ਇਹ ਸਮਝਣਾ। ਨਿਸ਼ਾਨ ਦੇ ਅਰਥ ਰਾਹਦਾਰੀ ਵੀ ਹੁੰਦਾ ਹੈ। ਸਾਹਿਬ ਕਹਿੰਦੇ ਨੇ ਉਹਨਾਂ ਦੇ ਕੋਲ ਸ਼ਬਦ ਦੀ ਰਾਹਦਾਰੀ ਹੈ। ਲੋਕ ਤੋਂ ਪਰਲੋਕ ਤੱਕ ਜਾਣ ਲਈ ਸ਼ਬਦ ਦੀ ਰਾਹਦਾਰੀ ਹੈ, ਉਹਨਾਂ ਨੂੰ ਕੋਈ ਨਹੀਂ ਰੋਕਦਾ। ਸੱਚ ਜੇ ਸੱਚੇ ਸੇਵਦੇ, ਸਾਹਿਬ ਕਹਿੰਦੇ ਇਹ ਸੱਚ ਜੇ ਜਿਹੜੇ ਸੱਚੇ ਨੂੰ ਸੇਵਦੇ ਨੇ, ਤਿੰਨ ਵਾਰੀ ਸਦ ਕੁਰਬਾਨ। ਕਹਿੰਦੇ ਭਲਿਓ ਜਿਹੜੇ ਸੱਚ ਨਾਲ ਜੁੜ ਗਏ, ਸੱਚੇ ਦੀ ਸੇਵਾ ਕਰਦੇ ਨੇ, ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਵਾਰੀ ਜਾਨਾ, ਮੈਂ ਉਹਨਾਂ ਤੋਂ ਕੁਰਬਾਨ ਜਾਨਾ, ਮੈਂ ਉਹਨਾਂ ਤੋਂ ਬਲਿਹਾਰ ਜਾਨਾ ਵਾਂ। ਸਿੱਖਾਂ ਨੂੰ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਦੋਵੇਂ ਪੱਖ ਦੱਸੇ ਕਿ ਜਿਹੜਾ ਗੁਰੂ ਦੇ ਚਰਨਾਂ ਵਿੱਚ ਆ ਜਾਂਦਾ ਹੈ ਉਹਨੂੰ ਕੀ ਦਾਤਾਂ ਮਿਲਦੀਆਂ ਨੇ, ਤੇ ਜਿਹੜਾ ਗੁਰੂ ਦੀ ਨਿੰਦਿਆ ਕਰਦਾ ਹੈ ਉਹਦਾ ਕੀ ਹਸ਼ਰ ਹੁੰਦਾ ਹੈ। ਪਿਆਰਿਓ, ਆਪਾਂ ਗੁਰੂ ਦੀ ਸ਼ਰਨ ਆਈਏ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਸਤਿਗੁਰੂ ਭੁੱਲਾਂ ਬਖਸ਼ਣਹਾਰ ਨੇ। ਬੇਅੰਤ ਜੇ ਅਸੀਂ ਗੁਨਾਹ ਕੀਤੇ ਨੇ ਨਾ, ਸਤਿਗੁਰੂ ਉਹ ਵੀ ਬਖਸ਼ ਦਿੰਦੇ ਨੇ। ਪਿਛਲੇ ਅਵਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ। ਪਰ ਅੰਦਰੋਂ ਆਪਾਂ ਆਪਣੀਆਂ ਭੁੱਲਾਂ ਨੂੰ ਬਖਸ਼ਾਈਏ ਤੇ ਸਹੀ, ਗੁਰੂ ਸਾਹਿਬ ਜ਼ਰੂਰ ਬਖਸ਼ਦੇ ਨੇ। ਸੋ ਸਾਧ ਸੰਗਤ, ਆਪਾਂ ਵੀ ਮਨ ਬਣਾਈਏ, ਖੰਡੇ ਬਾਟੇ ਦੀ ਪਹੁਲ ਲੈ ਕਰਕੇ ਅੰਮ੍ਰਿਤ ਛਕ ਕੇ ਸਿੰਘ ਸਜੀਏ। ਜੋ ਅੱਜ ਬੁੱਧਵਾਰ ਦਾ ਦਿਨ ਵੀ ਹੈ, ਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਬੁੱਧਵਾਰ ਵਾਲੇ ਦਿਨ ਹੁੰਦਾ ਹੈ। ਪਿਆਰਿਓ, ਖੰਡੇ ਬਾਟੇ ਦੀ ਪਹੁਲ ਲੈ ਕੇ ਅੰਮ੍ਰਿਤ ਛਕ ਕੇ ਸਿੰਘ ਸਜੋ। ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਨਾਲ ਜੁੜੋ। ਬੱਚਿਆਂ ਨੂੰ ਬਾਣੀ ਨਾਲ ਜੋੜੋ। ਆਪ ਵੀ ਬਾਣੀ ਤੇ ਬਾਣੇ ਦੇ ਧਾਰਨੀ ਬਣ ਕੇ ਰਹੋ। ਇਹ ਦੋਵੇਂ ਚੀਜ਼ਾਂ ਸਾਡੇ ਲਈ ਜ਼ਰੂਰੀ ਨੇ। ਸਿੱਖ ਦਾ ਲਿਬਾਸ ਵੀ ਇੱਕ ਮਰਿਆਦਾ ਦੇ ਅਨੁਕੂਲ ਹੋਵੇ, ਤੇ ਸਿੱਖ ਨੇ ਬਾਣੀ ਦੇ ਅਨੁਸਾਰ ਜੀਵਨ ਜੀਵਣਾ। ਆਪ ਵੀ ਬਾਣੀ ਨਾਲ ਜੁੜੋ, ਬੱਚਿਆਂ ਨੂੰ ਵੀ ਬਾਣੀ ਨਾਲ ਜੋੜੋ, ਤਾਂ ਕਿ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਬਣ ਸਕਣ। ਸੋ ਬਹੁਤ ਧੰਨਵਾਦ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਦਾਸਾਂ ਨੂੰ ਸਮਾਂ ਦੇ ਕਰਕੇ ਨਵਾਜਿਆ।
ਆਪ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਦਾਸ ਦੀ ਸੇਵਾ ਪਿਛਲੇ ਤਕਰੀਬਨ 12-13 ਸਾਲਾਂ ਤੋਂ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਵਿਖੇ ਉੱਤਰਾਖੰਡ, ਜਿੱਥੇ ਧਰਤੀ ਬੋਲੀ ਸੀ ਨਾਨਕ ਮਤਾ ਨਾਨਕ ਮਤਾ ਨਾਨਕ ਮਤਾ, ਉਸ ਪਾਵਨ ਧਰਤੀ ਤੇ ਹਜੂਰੀ ਕਥਾਵਾਚਕ ਦੇ ਤੌਰ ਤੇ ਲੰਮੇ ਸਮੇਂ ਤੋਂ ਦਾਸ ਉੱਥੇ ਸੇਵਾਵਾਂ ਨਿਭਾ ਰਿਹਾ ਹੈ। ਸੋ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਬਹੁਤ ਬਹੁਤ ਧੰਨਵਾਦ ਪ੍ਰਬੰਧਕਾਂ का, गुरु की संगत का, कोटान कोट शुक्र धन गुरु ग्रंथ साहिब महाराज जी का, जिन्ना आप बख्शिश की। इन्नियां क बेनतियां प्रवान विचारां करदियां बेअंत भुलां दी खिमा, देहो सज्जन असीसड़ियां ज्यों होवै साहिब स्यों मेल, बुलाओ फतेह। वाहिगुरु जी का खालसा, वाहिगुरु जी की फतेह। वाहिगुरु वाहिगुरु। राम कली महला तीजा, आनंद एक ओंकार सतगुर प्रसाद। आनंद पया मेरी माए, सतगुरु मैं पाया। राग रतन परवार परियां, शब्द गावन आया। कहे नानक आनंद हुआ, सतगुरु मैं पाया। हर नाल रह तू मन मेरे, दुख सब विसारना। सबना गलां समरथ स्वामी, सो क्यों मनहु विसारे। साचे साहिबा क्या नहीं करते रे। सदा सिफत सालाह तेरी, नाम मन वसावे। कहे नानक सच्चे साहिब क्या नहीं करते रे। साचा नाम मेरा आधारो, कर शांत सुख मन आए वसया। जिन इच्छा सब पुजाया। कहे नानक सुनो संतो, शब्द धरो प्यारो। साचा नाम मेरा आधारो। पंचदूत तुधवास कीचे, काल कंटक मारिया। कहे नानक तैं सुख हुआ, तित कर अनहद बाजे। पार ब्रह्म प्रपाया, उतरे सगल विसूरे। संत साजन भय सरसे, पूरे गुर ते जानी। बिनवंत नानक गुर चरण लागे, वाजे अनहद तूरे सलोक। दिवस रात दुए दाई दाया, खेलै सगल जगत। करमी आपो आपनी, के नेड़े के दूर। नानक ते मुख उजले, केती छुट्टी नाल। वाहिगुरु जी।